ਜਿਹੜਾ ਬੀਜੇਪੀ ਬੜੇ ਜ਼ੋਰ ਨਾਲ ਆ ਰਹੀ ਆ ਉਹਦਾ ਬਹੁਜਨ ਸਮਾਜ ਪਾਰਟੀ ਸਵਾਗਤ ਕਰਦੀ ਹੈ। ਸਾਨੂੰ ਤਾਂ ਉਹ ਫਾਇਦਾ ਹੀ ਦੇਵੇਗੀ। ਅਸੀਂ ਤਾਂ ਇਸ ਕਰਕੇ ਪੰਜਾਬ 'ਚ ਪਿਛੜੇ ਰਹੇ ਕਿ ਬੀਜੇਪੀ ਬੜੀ ਕਮਜ਼ੋਰ ਰਹੀ ਆ ਪੰਜਾਬ 'ਚ। ਅਸੀਂ ਚਾਹੁੰਦੇ ਹਾਂ ਬੀਜੇਪੀ ਤਕੜੀ ਹੋ ਕੇ ਆਵੇ। ਧਰਮ ਪਰਿਵਰਤਨ ਨਾਲ ਜਾਤ ਪਾਤ ਦਾ ਹੱਲ ਹੋ ਸਕਦਾ ਹੈ? ਹਰ ਧਰਮ ਦੇ ਵਿੱਚ ਜਿਹੜੀ ਜਾਤ ਪਾਤ ਹੈ ਉਹ ਵਿਦਮਾਨ ਹੈ, ਵਿਰਾਜਵ ਹੈ, ਕਿਉਂਕਿ ਜਦ ਤੱਕ ਕੋਈ ਵੀ ਧਰਮ ਜਿਹੜਾ ਆ ਜਾਤ ਪਾਤ ਨੂੰ ਖਤਮ ਨਹੀਂ ਕਰ ਸਕਦਾ। ਇਹ ਪ੍ਰੈਕਟੀਕਲੀ ਜਿਹੜਾ ਇਹ ਨਿਚੋੜ ਜਿਹੜਾ ਸਾਡੇ ਸਾਹਮਣੇ ਪਿਛਲੇ 200-400 ਸਾਲ ਦੇ ਸੰਘਰਸ਼ ਦੇ ਵਿੱਚ ਸਾਡੇ ਸਾਹਮਣੇ ਆਇਆ। ਡਾਕਟਰ ਅੰਬੇਦਕਰ ਜੀ ਨੇ ਬੁੱਧ ਧਰਮ ਅਪਣਾਇਆ ਆਪਣੇ ਲਗਭਗ 3.5 ਲੱਖ ਫੋਲੋਅਰਸ ਦੇ ਨਾਲ। ਫਿਰ ਕੀ ਉਹਨਾਂ ਦਾ ਐਨਾਲਿਸਿਸ ਗਲਤ ਸੀ? ਆਜ਼ਾਦੀ ਦੇ 75 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ਡਿਊਲ ਕਾਸਟ ਚੀਫ ਮਿਨਿਸਟਰ ਮਿਲਿਆ। ਉਹ ਵੀ ਉਦੋਂ ਮਿਲਿਆ ਜਦੋਂ ਇਹ ਲੱਗਿਆ ਕਿ ਸਾਰੀਆਂ ਦੀਆਂ ਸਾਰੀਆਂ MLA ਸੀਟਾਂ ਬਸ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੇ ਹੂੰਝ ਲੈ ਜਾਣੀਆਂ। ਕਿ ਅੱਜ ਵੀ ਦੇਸ਼ ਦੇ ਲੋਕਾਂ ਨੂੰ ਨਾ ਤਾਂ ਇਹ ਪਤਾ ਸਾਡੇ ਫੰਡਾਮੈਂਟਲ ਰਾਈਟ ਕੀ ਆ, ਨਾ ਉਹਨਾਂ ਨੂੰ ਇਹ ਪਤਾ ਦੇਸ਼ ਦੇ ਕਾਨੂੰਨ ਦੇ ਵਿੱਚ ਸਾਡੀਆਂ ਫੰਡਾਮੈਂਟਲ ਡਿਊਟੀਜ਼ ਕੀ ਆ, ਔਰ ਇੱਥੋਂ ਤੱਕ ਕਿ ਉਹਨਾਂ ਨੂੰ ਪਹਿਲਾ ਪੰਨਾ ਪ੍ਰੀਐਂਬਲ ਕੀ ਕਹਿੰਦੀ ਭਾਰਤ ਦੇ ਸੰਵਿਧਾਨ ਦੀ ਇਹ ਵੀ ਨਹੀਂ ਪਤਾ। ਜੇ ਸੰਵਿਧਾਨ ਵਿੱਚ ਸ਼ੈਤਾਨਾਂ ਦਾ ਵਾਸ ਹੋ ਚੁੱਕਾ, ਜੇ ਸਾਰਾ ਕੁਝ ਨਹੀਂ ਹੋ ਰਿਹਾ, ਫਿਰ ਕੀ ਤੁਸੀਂ ਹੁਣ ਵੋਟ ਪੋਲਿਟਿਕਸ ਨੂੰ ਜਾਂ ਸੰਵਿਧਾਨ ਤੋਂ ਅੱਗੇ ਦੀ ਗੱਲ ਕਰੋ? ਅੱਜ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਸਾਰੀ ਦੀ ਸਾਰੀ ਦਿਲ ਲੈ ਗਈ ਕੁਰਸੀ ਗੁਜਰਾਤ ਦੀ, ਦਿਲ ਲੈ ਗਈ ਕੁਰਸੀ ਗੁਜਰਾਤ ਦੀ। ਸਾਰੀ ਸਰਕਾਰ ਪਿਛਲੇ 1 ਮਹੀਨੇ ਤੋਂ ਗੁਜਰਾਤ ਕੇਮ ਸ਼ੋ ਮਾਜਾ ਮਾਸ਼ੋ ਕਰਨ ਲੱਗੀ ਹੈ। ਕਿਸੇ ਅਖਬਾਰ ਦੇ ਵਿੱਚ ਪੰਜਾਬ ਸਰਕਾਰ ਇਹ ਦੱਸਦਾ ਹੈ ਬਾਬਾ ਸਾਹਿਬ ਅੰਬੇਡਕਰ ਦੀ ਬਰਸੀ ਆ ਔਰ ਬਾਬਾ ਸਾਹਿਬ ਅੰਬੇਡਕਰ ਦੀ ਇਹਨਾਂ ਨੇ ਕੋਈ ਇਸ਼ਤਿਹਾਰ ਜਾਰੀ ਕੀਤਾ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ 6 ਦਸੰਬਰ ਦਾ ਦਿਨ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀਨਿਰਵਾਣ ਦਿਵਸ ਹੈ। ਉਹਨਾਂ ਦੇ ਫੋਲੋਅਰਸ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ। ਅੱਜ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਮਿਸ਼ਨ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਬਸਪਾ ਦੇ ਪੰਜਾਬ ਪ੍ਰਧਾਨ ਨੇ ਜਸਵੀਰ ਸਿੰਘ ਜੀ ਗੜੀ ਜੀ। ਗੜੀ ਸਾਹਿਬ, ਸਵਾਗਤ ਹੈ ਜੀ ਬਹੁਤ ਬਹੁਤ। ਦੁਨੀਆ ਚੈਨਲ ਤੇ ਸਾਰੇ ਦਰਸ਼ਕਾਂ ਦਾ ਔਰ ਸਾਹਿਲ ਜੀ ਤੁਹਾਡੀ ਸਾਰੀ ਸਮੁੱਚੀ ਟੀਮ ਦਾ ਮੈਂ ਸ਼ੁਕਰੀਆ ਅਦਾ ਕਰਦਾ ਜੀ। ਆਪਾਂ ਦੇਖਦੇ ਹਾਂ ਜੀ ਕਿ ਅੰਬੇਦਕਰ ਸਾਹਿਬ ਦਾ ਅੱਜ ਪ੍ਰੀਨਿਰਵਾਣ ਦਿਵਸ ਹੈ। ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ, ਉਹਨਾਂ ਦੇ ਸੰਘਰਸ਼ਮਈ ਜੀਵਨ ਨੂੰ ਵੀ ਯਾਦ ਕਰ ਰਹੇ ਨੇ। ਤੇ ਤੁਸੀਂ ਨਿੱਜੀ ਤੌਰ ਤੇ ਤੁਹਾਡੇ ਰਾਜਨੀਤਿਕ ਜੀਵਨ ਦੇ ਵਿੱਚ ਉਹਨਾਂ ਦੇ ਸੰਘਰਸ਼ਮਈ ਜੀਵਨ ਦਾ ਕਿਵੇਂ ਉਹਨਾਂ ਤੋਂ ਪ੍ਰੇਰਨਾ ਲੈਂਦੇ ਹੋ? ਦੇਸ਼ ਦੇ ਕਸ਼ਮੀਰ ਦੇ ਖੂੰਜੇ ਤੋਂ ਲੈ ਕੇ ਕੰਨਿਆ ਕੁਮਾਰੀ ਦੇ ਖੂੰਜੇ ਤੱਕ ਇਸ ਦੇਸ਼ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਨੂੰ ਅੱਜ SC ਔਰ BC ਔਰ ਸ਼ਡਿਊਲ ਟਰਾਈਬ ਕਹਿੰਦੇ ਆ, ਜਿਨ੍ਹਾਂ ਦੀ ਆਬਾਦੀ ਇਸ ਦੇਸ਼ ਦੇ ਵਿੱਚ 77% ਹੈ। ਔਰ ਇਸ ਦੇਸ਼ ਦੀਆਂ ਘੱਟ ਗਿਣਤੀਆਂ ਜਿਹਨੂੰ ਹਿੰਦੂ, ਸਿੱਖ, ਮੁਸਲਮਾਨ, ਜੈਨੀ, ਬੋਧੀ ਕਹਿੰਦੇ ਆ, ਇਹ ਵੀ 10-12% ਔਰ 85% ਤੋਂ ਜ਼ਿਆਦਾ ਆਬਾਦੀ। ਅਗਰ ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ, ਜਿਨ੍ਹਾਂ ਦਾ ਅੱਜ ਪ੍ਰੀਨਿਰਵਾਣ ਦਿਵਸ ਵਾ, ਉਹਨਾਂ ਦਾ ਦੇਹਾਂਤ ਦਿਵਸ ਵਾ, ਡੈਥ ਐਨਵਰਸਰੀ ਆ, ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਔਰ ਇਸ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਅੱਜ ਦੇ ਦਿਨ ਮੈਂ ਇਹ ਕਹਿਣਾ ਚਾਹੁੰਦਾ 85% ਆਬਾਦੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਮਨੁੱਖੀ ਹੱਕ ਹਕੂਕ ਨਾ ਗੁਜ਼ਰ ਬਸਰ ਕਰ ਰਹੀ ਹੁੰਦੀ ਜੇ ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ। ਅੱਜ ਵੀ ਦਲਿਤ ਪਛੜੇ ਵਰਗਾਂ ਦੀਆਂ ਜੀਬਾਂ ਵੇਦ ਪਾਠ ਜਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਤੇ ਵਿੱਦਿਆ ਪੜ੍ਹਨ ਤੇ ਵੱਢ ਦਿੱਤੀਆਂ ਜਾਂਦੀਆਂ, ਜਿੱਦਾਂ ਸ਼ੂਦਰਾ ਫਿਲਮ 'ਚ ਦਿਖਾਇਆ ਗਿਆ। ਔਰ ਅੱਜ ਵੀ ਦਲਿਤਾਂ ਪਛੜਿਆਂ ਦੇ ਕੰਨਾਂ ਵਿੱਚ ਗਰਮ ਤੇਲ ਜਾਂ ਗਰਮ ਸਿੱਕੇ ਪਾ ਦਿੱਤੇ ਜਾਂਦੇ ਜੇ ਧਾਰਮਿਕ ਗ੍ਰੰਥਾਂ ਦਾ ਪਾਠ ਸੁਣ ਲਿਆ ਹੁੰਦਾ ਜਾਂ ਕੋਈ ਵਿੱਦਿਆ ਦੀ ਗੱਲ ਸੁਣ ਲਈ ਹੁੰਦੀ। ਔਰ ਟੀਚਰ ਬਣਨ ਦੇ ਉੱਤੇ ਤਾਂ ਜਿੱਦਾਂ ਰਮਾਇਣ ਕਾਲ ਦੇ ਵਿੱਚ ਸ਼ੰਭੂਕ ਦਾ ਕਤਲ ਹੋਇਆ, ਤੇ ਅੱਜ ਭਾਰਤ ਦੀ ਧਰਤੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਯੁੱਗ ਵਿੱਚ ਇਹ ਕਤਲ ਹੋਣੇ ਵਾਲੇ ਸ਼ੰਭੂਕਾਂ ਦਾ ਦੇਸ਼ ਹੁੰਦਾ ਜੇ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ। ਇਹ ਬਾਬਾ ਸਾਹਿਬ ਅੰਬੇਡਕਰ ਹੀ ਹੈ ਕਿ ਤੁਸੀਂ ਮੈਨੂੰ ਕੁਝ ਪੁੱਛ ਰਹੇ ਆ, ਮੈਂ ਕੁਝ ਦੱਸ ਰਿਹਾ। ਜੇ ਸਾਡੀ ਗਰੀਬਾਂ ਗੁਰਬਿਆਂ ਦੀ ਅੱਜ ਆਵਾਜ਼ ਉੱਠਣ ਲੱਗੀ ਆ, ਮੰਨੀ ਤਾਂ ਨਹੀਂ ਜਾਣ ਲੱਗੀ, ਕਿਉਂਕਿ ਅੱਜ ਦੇਸ਼ ਦੀ ਰਾਸ਼ਟਰਪਤੀ ਮਾਨਨੀਆ ਦ੍ਰੋਪਦੀ ਮੁਰਮੂ ਜੀ ਨੇ ਜਿਹੜਾ 26 ਨਵੰਬਰ ਨੂੰ ਕਿਹਾ ਕਿ ਅੱਜ ਵੀ ਦੇਸ਼ ਦੇ ਲੋਕਾਂ ਨੂੰ ਨਾ ਤਾਂ ਇਹ ਪਤਾ ਸਾਡੇ ਫੰਡਾਮੈਂਟਲ ਰਾਈਟ ਕੀ ਆ, ਨਾ ਉਹਨਾਂ ਨੂੰ ਇਹ ਪਤਾ ਦੇਸ਼ ਦੇ ਕਾਨੂੰਨ ਦੇ ਵਿੱਚ ਸਾਡੀਆਂ ਫੰਡਾਮੈਂਟਲ ਡਿਊਟੀਜ਼ ਕੀ ਆ, ਔਰ ਇੱਥੋਂ ਤੱਕ ਕਿ ਉਹਨਾਂ ਨੂੰ ਪਹਿਲਾ ਪੰਨਾ ਪ੍ਰੀਐਂਬਲ ਕੀ ਕਹਿੰਦੀ ਭਾਰਤ ਦੇ ਸੰਵਿਧਾਨ ਦੀ
ਇਹ ਵੀ ਨਹੀਂ ਪਤਾ ਇਹ ਦ੍ਰੋਪਦੀ ਮੁਰਮੂ ਜੀ ਜਿਹੜੇ ਸਾਡੇ ਮਹਾਮਹਿਮ ਹੈ ਦੇਸ਼ ਦੇ ਰਾਸ਼ਟਰਪਤੀ ਆ, ਉਹਨਾਂ ਨੇ ਇੱਕ ਦਰਦ ਇਸ 26 ਨਵੰਬਰ 2022 ਨੂੰ ਉਹਨਾਂ ਨੇ ਕਾਨੂੰਨ ਮੰਤਰੀ ਦੀ ਹਾਜ਼ਰੀ 'ਚ ਕਿਹਾ, ਚੀਫ ਜਸਟਿਸ ਆਫ ਇੰਡੀਆ ਦੀ ਹਾਜ਼ਰੀ 'ਚ ਕਿਹਾ, ਔਰ ਬਾਬਾ ਸਾਹਿਬ ਅੰਬੇਡਕਰ ਦੀ ਹੀ ਦੇਣ ਵਾ ਜਿਨ ਫੰਡਾਮੈਂਟਲ ਰਾਈਟ, ਫੰਡਾਮੈਂਟਲ ਡਿਊਟੀ ਔਰ ਪ੍ਰੈੰਬਲ ਦੇ ਵਿੱਚ ਸਮਤਾ, ਸਮਾਨਤਾ, ਬੰਧੁਤਾ, ਭਾਈਚਾਰੇ ਦਾ ਸੰਦੇਸ਼ ਦਿੱਤਾ। ਅੱਜ ਜਾਤ ਪਾਤ ਕਿੱਥੇ ਖੜੀ ਹੈ ਜੀ? ਡਾਕਟਰ ਅੰਬੇਦਕਰ ਦਾ ਜਿਹੜਾ ਸਭ ਤੋਂ ਵੱਡਾ ਮਿਸ਼ਨ ਸੀਗਾ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਅਗਲੇ ਰਾਜਨੀਤਿਕ ਜੀਵਨ ਤੱਕ, ਕਿ ਜਾਤ ਪਾਤ ਨੂੰ ਮੈਂ ਖਤਮ ਕਰਨਾ, ਡਿਪਰੈਸਡ ਕਲਾਸਿਸ ਜਿਨ੍ਹਾਂ ਨੂੰ ਕਹਿੰਦੇ ਸੀਗੇ, ਕਿ ਉਹਨਾਂ ਦੇ ਜੀਵਨ ਨੂੰ ਮੈਂ ਬਿਹਤਰ ਕਰਨਾ, ਸਮਾਜ ਵਿੱਚ ਬਰਾਬਰਤਾ ਲਿਆਉਣੀ ਆ। ਅੱਜ ਭਾਰਤ ਦੇ ਵਿੱਚ ਜਾਤ ਪਾਤ ਕਿੱਥੇ ਖੜੀ ਆ? 75 ਸਾਲਾਂ ਦੇ ਵਿੱਚ ਦੇਸ਼ ਦਾ ਇੱਕ ਵੀ ਪ੍ਰਧਾਨ ਮੰਤਰੀ ਦਲਿਤ ਨਹੀਂ ਬਣਨ ਦਿੱਤਾ ਇਸ ਦੇਸ਼ ਦੇ ਸਿਸਟਮ ਨੇ। ਇੱਥੇ ਖੜੀ ਆ ਜਾਤ ਪਾਤ। ਆਜ਼ਾਦੀ ਦੇ 75 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ਡਿਊਲ ਕਾਸਟ ਚੀਫ ਮਿਨਿਸਟਰ ਮਿਲਿਆ, ਉਹ ਵੀ ਉਦੋਂ ਮਿਲਿਆ ਜਦੋਂ ਇਹ ਲੱਗਿਆ ਕਿ ਸਾਰੀਆਂ ਦੀਆਂ ਸਾਰੀਆਂ MLA ਸੀਟਾਂ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੇ ਹੂੰਝ ਲੈ ਜਾਣੀਆਂ। ਅੱਜ ਵੀ ਪਾਣੀ ਦੇ ਘੜੇ ਨੂੰ ਹੱਥ ਲਾਉਣ ਤੇ ਦਲਿਤ ਦਾ ਬੱਚਾ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ। ਅੱਜ ਵੀ ਦਲਿਤਾਂ ਦੇ ਜਿਹੜੇ ਲੋਕ ਆ ਜਦੋਂ ਆਪਣੀ ਘੋੜੀ ਦੇ ਉੱਤੇ ਬਰਾਤ ਲੈ ਕੇ ਕੱਢਦੇ ਆ ਤਾਂ ਉਹਨਾਂ ਨੂੰ ਹੈਲਮਟ ਲੈ ਕੇ, ਅੱਜ ਵੀ ਮੁੱਛ ਰੱਖਣ ਦੇ ਦਲਿਤ ਦਾ ਕਤਲ ਹੋ ਰਿਹਾ। ਅੱਜ ਵੀ ਮਜ਼੍ਹਬੀ ਸਿੱਖ ਭਾਈਚਾਰੇ ਦਾ ਗ੍ਰੰਥੀ ਸਿੰਘ ਮਲੇਰਕੋਟਲੇ, ਗ੍ਰੰਥੀ ਸਿੰਘ ਜਿਹੜਾ ਸਵੇਰੇ ਸ਼ਾਮ ਅਰਦਾਸ ਕਰਦਾ, ਮਾਨਸ ਕੀ ਜਾਤੀ ਸਭੈ ਏਕੇ ਪਹਿਚਾਣ ਬੋ, ਔਰ ਉਹਦਾ ਵੀ ਮੂੰਹ ਕਾਲਾ ਕੀਤਾ ਜਾਂਦਾ, ਉਹਨੂੰ ਵੀ ਇੱਕ ਡੱਬੇ 'ਚ ਮੂਤ ਕਰਕੇ ਜ਼ੋਰਾਵਰ ਮੂਤ ਪਿਲਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਦੇਸ਼ ਦੇ ਵਿੱਚ ਜਾਤੀਵਾਦ ਦਾ ਹਾਲ ਹੈ ਜੀ। ਕੀ ਧਰਮ ਪਰਿਵਰਤਨ ਨਾਲ ਜਾਤ ਪਾਤ ਦਾ ਹੱਲ ਹੋ ਸਕਦਾ? ਧਰਮ ਪਰਿਵਰਤਨ, ਸਾਡੇ ਮੂਹਰੇ ਧਰਮ ਹੈ ਕਿਹੜੇ ਆ? ਪਹਿਲਾ ਮੁਸਲਮਾਨ ਧਰਮ ਹੈ। ਮੁਸਲਮਾਨ ਧਰਮ ਦੇ ਵਿੱਚ ਵੀ ਅਫਜ਼ਲ ਹੈ, ਅੰਸਾਰੀ ਆ, ਪਸਮੰਦਾ ਆ, ਉਹ ਅਲੱਗ-ਅਲੱਗ ਜਾਤੀਆਂ ਆ। ਸਿੱਖ ਧਰਮ ਆ, ਇੰਨੀਆਂ ਕੁਰਬਾਨੀਆਂ ਕੀਤੀਆਂ, ਗੁਰੂਆਂ ਤੱਕ ਨੇ ਆਪਣੇ ਆਪ ਨੂੰ ਸ਼ਹੀਦ ਕਰਵਾਇਆ, ਗੁਰੂਆਂ ਦੇ ਬੱਚੇ ਸ਼ਹੀਦ ਹੋਏ, ਔਰ ਮਹਾਂਪੁਰਸ਼ਾਂ ਦੇ ਬੱਚਿਆਂ ਦੇ ਦਿਲ ਦੇ ਟੁਕੜੇ ਮੂੰਹ 'ਚ ਕੱਢ ਕੇ ਪਾਏ। ਜਾਤ ਪਾਤ ਤਾਂ ਸਿੱਖਾਂ 'ਚੋਂ ਨਹੀਂ ਗਈ। ਔਰ ਇਸੇ ਤਰ੍ਹਾਂ ਦੇ ਨਾਲ ਹਰ ਧਰਮ ਦੇ ਵਿੱਚ ਜਿਹੜੀ ਜਾਤ ਪਾਤ ਹੈ ਉਹ ਵਿਦਮਾਨ ਹੈ, ਵਿਰਾਜਵਾ ਹੈ, ਕਿਉਂਕਿ ਜਦ ਤੱਕ ਕੋਈ ਵੀ ਧਰਮ ਜਿਹੜਾ ਆ ਜਾਤ ਪਾਤ ਨੂੰ ਖਤਮ ਨਹੀਂ ਕਰ ਸਕਦਾ। ਇਹ ਪ੍ਰੈਕਟੀਕਲੀ ਜਿਹੜਾ ਇਹ ਨਿਚੋੜ ਜਿਹੜਾ ਸਾਡੇ ਸਾਹਮਣੇ ਪਿਛਲੇ 200-400 ਸਾਲ ਦੇ ਸੰਘਰਸ਼ ਦੇ ਵਿੱਚ ਸਾਡੇ ਸਾਹਮਣੇ ਆਇਆ। ਜਾਤ ਪਾਤ ਨੂੰ ਵਰਤ ਕੇ ਜਾਤੀ ਦੇ ਸ਼ਿਕਾਰ ਲੋਕਾਂ ਨੂੰ ਅੱਗੇ ਵਧਾਇਆ ਜਾ ਸਕਦਾ। ਇਹ ਸਾਬਕਾ ਸ਼੍ਰੀ ਜੀ ਕਹਿੰਦੇ ਸੀ। ਡਾਕਟਰ ਅੰਬੇਦਕਰ ਜੀ ਨੇ ਬੁੱਧ ਧਰਮ ਅਪਣਾਇਆ ਆਪਣੇ ਲਗਭਗ 3.5 ਲੱਖ ਫੋਲੋਅਰਸ ਦੇ ਨਾਲ, ਫਿਰ ਕੀ ਉਹਨਾਂ ਦਾ ਐਨਾਲਿਸਿਸ ਗਲਤ ਸੀ? ਬਿਲਕੁਲ, ਉਹਨਾਂ ਨੇ ਥਿਓਰੈਟੀਕਲੀ ਇਹ ਸਿੱਧ ਕੀਤਾ ਕਿ ਬੁੱਧ ਧਰਮ ਇੱਕ ਇਹੋ ਜਿਹਾ ਧਰਮ ਹੈ ਜਿੱਥੇ ਜਾਤ ਪਾਤ ਨਹੀਂ ਹੈਗੀ, ਔਰ ਬੁੱਧ ਧਰਮ ਇੱਕ ਇਹੋ ਜਿਹਾ ਧਰਮ ਆ ਜਿੱਥੇ ਪੂਰੇ ਸੰਸਾਰ ਦੇ ਵੱਡੇ ਜਿਹੜੇ ਕੰਟਰੀਆਂ ਆ ਉਹ ਬੁੱਧਿਜ਼ਮ ਨਾਲ ਆਲੇ ਦੁਆਲੇ ਦਾ, ਸਾਡਾ ਇੰਡੀਆ ਦਾ ਸਾਰਾ ਜਿਹੜੀ ਸਰਾਊਂਡਿੰਗਸ ਕੰਟਰੀਜ਼ ਨੇ, ਚਾਹੇ ਉਹ ਸ਼੍ਰੀਲੰਕਾ ਆ, ਚਾਹੇ ਮਿਆਂਮਾਰ ਹੈ, ਚਾਹੇ ਵੀਅਤਨਾਮ ਹੈ, ਈਵਨ ਦੈਨ ਜਾਪਾਨ ਤੱਕ ਜਿਹੜਾ ਨਾਰਥ ਈਸਟ ਹੈ ਉਹ ਬੁੱਧਮ ਸ਼ਰਨਮ ਗਛਾਮੀ ਕਰਨ ਵਾਲੇ ਲੋਕ ਨੇ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਬੁੱਧਿਜ਼ਮ ਭਾਰਤ ਦੀ ਧਰਤੀ ਦਾ ਇੱਥੋਂ ਉਪਜਿਆ ਧਰਮ ਆ, ਔਰ ਇਹ ਜਿਹੜਾ ਧਰਮ ਆ ਇਹ ਨਾਗਵੰਸ਼ੀਆਂ ਦਾ, ਦ੍ਰਵੜੀਅਨ ਲੋਕਾਂ ਦਾ, ਸਿੱਧੂ ਘਾਟੀ ਦੇ ਲੋਕਾਂ ਦਾ ਕੁਦਰਤੀ ਤੇ ਮੂਲ ਧਰਮ ਹੈ। ਔਰ ਬਾਬਾ ਸਾਹਿਬ ਅੰਬੇਡਕਰ ਨੇ 1935 'ਚ ਇਹ ਗੱਲ ਕੀਤੀ ਸੀ ਕਿ ਮੈਂ ਹਿੰਦੂ ਧਰਮ 'ਚ ਜੰਮਤਾ ਪਿਆ, ਹਿੰਦੂ ਧਰਮ 'ਚ ਮਰਾਂਗਾ ਨਹੀਂ। ਔਰ ਉਹਨਾਂ ਨੇ 21 ਸਾਲ ਦੀ ਖੋਜ ਘਾਲਣਾ ਤੋਂ ਬਾਅਦ 1956 ਔਰ 14 ਅਕਤੂਬਰ ਨੂੰ ਇਹ ਬੁੱਧਿਜ਼ਮ ਦੀ ਅਡੋਪਸ਼ਨ ਕੀਤੀ, ਔਰ ਇਹ ਸੰਦੇਸ਼ ਦਿੱਤਾ ਕਿ ਇਹਦੇ ਨਾਲ ਸਾਡੀ ਇੱਕ ਤਾਂ ਕਾਸਟਿਜ਼ਮ ਤੋਂ ਜਿੱਥੇ ਮੁਕਤੀ ਮਿਲਦੀ ਆ, ਲੇਕਿਨ ਦੂਸਰਾ ਜਿਹੜਾ ਜਦੋਂ ਵੀ ਕੋਈ ਇੱਥੇ ਬੋਧੀਆਂ ਦੇ ਉੱਤੇ ਕੋਈ ਹੱਲਾ ਗੁੱਲਾ ਹੋਏਗਾ ਤਾਂ UNO ਔਰ ਵੱਖ-ਵੱਖ ਕੰਟਰੀਆਂ ਜਿਹੜੀਆਂ ਉਹ ਆਪਣੇ ਭਾਈ ਬੰਧੂਆਂ ਦੀ ਆਵਾਜ਼ ਬੁਲੰਦ ਕਰਕੇ ਕੋਈ ਸਿਕਿਉਰਿਟੀ ਦੇ ਸਕਦੀਆਂ ਆ। ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਬਕਾ ਸ਼੍ਰੀ ਜੀ ਜਦੋਂ ਆਏ ਉਹਨਾਂ ਨੇ ਕਿਹਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਉਹ ਸਿੱਖ ਹੀ ਬਣੇ ਰਹਿਣ, ਕਿਉਂਕਿ ਸਿੱਖ ਵੀ ਜਿਹੜਾ ਥਿਓਰੈਟੀਕਲੀ ਜਿਹੜਾ ਹੈਗਾ ਉਹ ਜਾਤਾਂ ਪਾਤਾਂ ਨੂੰ ਖਤਮ ਕਰਦਾ ਆ, ਬੁੱਧਿਜ਼ਮ ਵੀ ਥਿਓਰੈਟੀਕਲੀ ਜਾਤਾਂ ਪਾਤਾਂ ਨੂੰ ਖਤਮ ਕਰਦਾ ਆ। ਦੋਹਾਂ ਧਰਮਾਂ ਦੇ ਵਿੱਚ ਪ੍ਰੈਕਟੀਕਲ ਰੂਪ ਜਿਹੜਾ ਜਿੱਦਾਂ ਗੁਰੂ ਸਾਹਿਬਾਨ, ਮਹਾਂਪੁਰਸ਼ ਔਰ ਬਾਬਾ ਸਾਹਿਬ ਅੰਬੇਡਕਰ, ਗੌਤਮ ਬੁੱਧਾ ਚਾਹੁੰਦੇ ਸੀ ਉਹ ਆਉਣਾ ਹਲੇ ਤੱਕ ਵੀ ਬਾਕੀ ਹੈ। ਆਰਟੀਕਲ 25 ਦਾ ਵੀ ਇੱਕ ਫਿਰ ਇਸ਼ੂ ਆ ਜਾਂਦਾ ਜੀ। ਪਿਛਲੇ ਦਿਨੀ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਵੇਖੇ ਕਿ ਈਸਾਈ ਤੇ ਮੁਸਲਿਮ ਭਾਈਚਾਰੇ ਦਾ ਆਰਥਿਕ ਤੇ ਸਮਾਜਿਕ ਹਾਲਤ ਕੀ ਆ, ਫਿਰ ਉਹਨਾਂ ਨੂੰ ਆਰਟੀਕਲ 25 ਦੇ ਵਿੱਚ ਸ਼ਾਮਲ ਕਰ ਲਈ ਦਲਿਤਾਂ ਨੂੰ, ਉਹ ਸੋਚਿਆ ਜਾ ਸਕਦਾ। ਫਿਰ ਆਰਟੀਕਲ 25 ਬਾਰੇ ਤੁਸੀਂ ਕੀ ਸੋਚਦੇ ਹੋ? ਬਸਪਾ ਕੀ ਸਟੈਂਡ ਲੈਂਦੀ? ਦੇਖੋ, ਆਰਟੀਕਲ 25 ਧਾਰਮਿਕ ਆਜ਼ਾਦੀ ਦਿੰਦਾ ਆ।
ਹਿੰਦੂ ਆਪਣਾ ਧਰਮ ਮੰਨ ਸਕਦਾ ਆ, ਮੁਸਲਮਾਨ ਆਪਣਾ ਧਰਮ ਮੰਨ ਸਕਦਾ ਆ, ਬੁੱਧਿਸਟ ਆਪਣਾ ਮੰਨ ਸਕਦਾ, ਔਰ ਸਿੱਖ ਆਪਣਾ ਮੰਨ ਸਕਦਾ। ਸਿੱਖਾਂ ਲਈ ਤਾਂ ਵਿਸ਼ੇਸ਼ ਉਪਬੰਧ ਸੰਵਿਧਾਨ 'ਚ ਕੀਤਾ ਕਿ 25(20) ਜਿਹੜੀ ਧਾਰਾ ਆ ਕਿ ਤੁਸੀਂ ਨਾਲ ਕਿਰਪਾਨ ਵੀ ਤੁਸੀਂ ਕੈਰੀ ਕਰ ਸਕਦੇ। ਤੁਸੀਂ ਆਪਣੇ ਜਿਹੜੇ ਸਿੱਖੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਕੇਸ, ਕੜਾ, ਕੱਛਾ, ਕਿਰਪਾਨ, ਕੰਘਾ, ਤੁਸੀਂ ਇਹਨੂੰ ਕੈਰੀ ਕਰ ਸਕਦੇ ਆ। ਹੋਰ ਕਿਸੇ ਧਰਮ ਨੂੰ ਇਹ ਜਿਹੜਾ ਵਿਸ਼ੇਸ਼ ਉਪਬੰਧ ਹੈ ਉਹ ਨਹੀਂ ਦਿੱਤਾ ਗਿਆ। ਫਿਰ ਵੀ ਸਿੱਖ ਧਰਮ ਦੇ ਬਹੁਤ ਸਾਰੇ ਸਵਾਲ ਨੇ, ਕੇਂਦਰ ਸਰਕਾਰ ਨੂੰ, ਸੂਬਾ ਸਰਕਾਰਾਂ ਨੂੰ ਉਹਨਾਂ ਸਵਾਲਾਂ ਨੂੰ ਦੂਰ ਕਰਨਾ ਚਾਹੀਦਾ। ਕੀ ਈਸਾਈ ਦਲਿਤਾਂ ਨੂੰ, ਕੀ ਮੁਸਲਮਾਨ ਦਲਿਤਾਂ ਨੂੰ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਉਹਨਾਂ ਵਿੱਚ ਵੀ ਦਲਿਤ ਹੈਗੇ ਨੇ, ਉਹ ਬ੍ਰਾਹਮਣਵਾਦੀਆਂ ਜੜ੍ਹਾਂ ਲੱਗੀਆਂ ਹੋਈਆਂ ਨੇ, ਕਿ ਉਹਨਾਂ ਨੂੰ ਫਿਰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਉਸ ਤਰੀਕੇ ਆਰਟੀਕਲ 25 ਦੇ ਅਧੀਨ? ਰਿਜ਼ਰਵੇਸ਼ਨ ਆਰਟੀਕਲ 25 ਦੇ ਅਧੀਨ ਨਹੀਂ ਮਿਲਦੀ ਹੈਗੀ। ਰਿਜ਼ਰਵੇਸ਼ਨ ਦੇ ਆਰਟੀਕਲ ਹੋਰ ਨੇ, 330 ਤੋਂ ਬਾਅਦ ਸ਼ੁਰੂ ਹੁੰਦੇ ਨੇ, ਉਹ 340 ਤੱਕ ਜਾਂਦੇ ਨੇ। ਜਿਹੜਾ ਗਰੀਬ ਕ੍ਰਿਸਚੀਅਨ ਵਾ, ਉਹ ਤਾਂ ਮਤਲਬ ਜ਼ੁਲਮ ਦਾ ਸ਼ਿਕਾਰ ਹੈ ਹਜ਼ਾਰਾਂ ਸਾਲਾਂ ਤੋਂ। ਗਰੀਬ ਬੁੱਧਿਸਟ ਵਾ, ਗਰੀਬ ਕਿਸੇ ਵੀ ਧਰਮ 'ਚ ਜਾ ਰਿਹਾ, ਉਹ ਤਾਂ ਸਰਕਾਰਾਂ ਉਹਨਾਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਹੀ ਨਹੀਂ ਕਰ ਸਕੀਆਂ। ਜੇ ਉਹਨਾਂ ਦੀ ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਕਰਤਾ ਹੁੰਦਾ ਤੇ ਉਹ ਲੋਕ ਜਿਹੜੇ ਆ ਆਪਣੇ ਮੂਲ ਦੇ ਵਿੱਚ ਖੜੇ ਰਹਿੰਦੇ। ਅਤੇ ਜੇ ਧਾਰਮਿਕ ਜਿਹੜੀਆਂ ਕੁੱਲੀ ਗੁੱਲੀ ਜੁੱਲੀ ਦੇ ਨਾਲ ਜਿਹੜੇ ਧਾਰਮਿਕ ਬਰਾਬਰਤਾ ਆ, ਰਹੁ ਰੀਤਾਂ 'ਚ ਬਰਾਬਰਤਾ ਆ, ਰਸਮੋ ਰਿਵਾਜਾਂ 'ਚ ਬਰਾਬਰਤਾ, ਉਹ ਦੇਣੀ ਚਾਹੀਦੀ ਸੀਗੀ। ਇਸ ਕਰਕੇ ਇਹ ਜਿਹੜਾ ਔਰ ਸੈਕੰਡਲੀ ਜਿਹੜੀ ਗੱਲ ਹੈਗੀ ਆ ਕਿ ਭਾਰਤ ਦਾ ਸੰਵਿਧਾਨ, ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਹਰ ਇਨਸਾਨ ਨੂੰ ਫਰੀਡਮ ਦਿੰਦੇ ਨੇ। ਆਰਟੀਕਲ 19 ਦੇ ਵਿੱਚ ਉਹ 5 ਤਰ੍ਹਾਂ ਦੀ ਜਿਹੜੀ ਫਰੀਡਮ ਹੈ, ਉਹਦੇ 'ਚ ਇੱਕ ਧਰਮ ਵੀ ਜਿਹੜਾ ਉਹ ਕਿਸੇ ਵੀ ਧਰਮ ਨੂੰ ਜਿਹੜਾ ਆ ਉਹ ਮੰਨ ਸਕਦਾ ਆ। ਉਹ ਧਰਮ ਕੋਈ ਵੀ ਅਡੋਪਟ ਕਰਨਾ ਹਰ ਬੰਦੇ ਦਾ ਨਿੱਜੀ ਮਾਮਲਾ ਆ। ਬਹੁਜਨ ਸਮਾਜ ਪਾਰਟੀ ਸਾਰੇ ਲੋਕਾਂ ਦਾ, ਕਿਸੇ ਵੀ ਧਰਮ ਦੇ ਆ, ਉਹਨਾਂ ਸਾਰਿਆਂ ਦੇ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਡਾਕਟਰ ਅੰਬੇਦਕਰ ਨੇ ਇੱਕ ਸਿੱਖ ਪ੍ਰਚਾਰਕ ਕਾਨਫਰੰਸ ਵੀ ਅਟੈਂਡ ਕੀਤੀ ਅੰਮ੍ਰਿਤਸਰ ਸਾਹਿਬ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਭੇਜਿਆ ਕਿ ਉਹ ਅਗਲੇ ਮਹੀਨੇ, ਉਹ ਲਗਭਗ 1 ਮਹੀਨਾ ਉਹ ਰਹੇ, ਉਹਨਾਂ ਦੇ ਬੇਟੇ ਤੇ ਭਤੀਜੇ। ਅਤੇ ਉਸ ਤੋਂ ਬਾਅਦ ਫਿਰ ਪਰ ਡਾਕਟਰ ਸਾਹਿਬ ਨੇ ਸਿੱਖ ਧਰਮ ਅਪਣਾਇਆ ਨਹੀਂ। ਇਹਦਾ ਕੀ ਕਾਰਨ ਵੇਖਦੇ ਹੋ? ਅਤੇ ਜੇ ਅਪਣਾਉਂਦੇ ਤਾਂ ਕਿਸ ਤਰੀਕੇ ਨਾਲ ਸਮਾਜ 'ਤੇ ਅਸਰ ਪੈਂਦਾ? ਦੇਖੋ, ਇਹਦਾ ਉੱਤਰ ਤਾਂ ਸਿੱਖ ਬੁੱਧੀਜੀਵੀਆਂ ਨੂੰ ਦੇਣਾ ਚਾਹੀਦਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਉਂ ਨਹੀਂ ਅਪਣਾਇਆ। ਕਿਉਂਕਿ ਜਿਹੜਾ ਜੇ ਮੈਂ ਕੋਈ ਉੱਤਰ ਦੇਵਾਂਗਾ ਤਾਂ ਉਹ ਬੜਾ ਚੁਭਵਾਂ ਹੋਏਗਾ। ਮੈਂ ਚਾਹੁੰਦਾ ਇਸ ਸਵਾਲ ਦਾ ਉੱਤਰ ਸਿੱਖ ਬੁੱਧੀਜੀਵੀ ਦੇਣ ਵੀ ਕਮੀ ਕਿੱਥੇ ਰਹੀ। ਅੰਬੇਦਕਰ ਸਾਹਿਬ ਲੋਕਤੰਤਰ ਦੀ ਪਰਿਭਾਸ਼ਾ ਦਿੰਦੇ ਨੇ। ਉਹ ਸਮਾਜ ਦੇ ਖਾਸੇ ਦੀ ਗੱਲ ਕਰਦੇ ਨੇ ਵੀ ਜਿਹੜੇ ਸਮਾਜ ਦੇ ਵਿੱਚ ਲੋਕ ਐਸੋਸੀਏਟਡ ਲਿਵਿੰਗ ਵਿੱਚ ਰਹਿੰਦੇ, ਇੱਕ ਦੂਜੇ ਦੇ ਨਾਲ ਸਿੰਪਥੀ ਰੱਖਦੇ ਆ। ਪਰ ਭਾਰਤੀ ਸਮਾਜ ਦੇ ਖਾਸੇ ਜਦੋਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਵੀ ਇੱਥੇ ਨਾ ਤਾਂ ਕੋਈ ਐਸੋਸੀਏਟਡ ਲਿਵਿੰਗ ਹੈ, ਜਿਹੜੇ ਕਲੋਜ਼ਡ ਗਰੁੱਪਸ ਨੇ, ਜਾਤਾਂ ਨੇ ਜਿਹੜੀਆਂ, ਇੱਕ ਦੂਜੇ ਨਾਲ ਕੋਈ ਸਿੰਪਥੀ ਨਹੀਂ ਹੈ, ਨਾ ਹੀ ਇੱਥੇ ਫਿਰ ਇਸ ਕਰਕੇ ਡੈਮੋਕ੍ਰੇਸੀ ਹੈ। ਫਿਰ ਕੀ ਇੱਥੇ ਡੈਮੋਕ੍ਰੈਟਿਕ ਸਿਸਟਮ ਜਿਹੜੀ ਵੋਟ ਪੋਲੀਟਿਕਸ ਵਾਲਾ ਉਹ ਚੱਲ ਸਕਦਾ? ਕਿਉਂਕਿ ਜਦੋਂ ਸਮਾਜ ਹੀ ਡੈਮੋਕ੍ਰੈਟਿਕ ਨਹੀਂ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤ ਦੇਸ਼ 'ਚ ਪੋਲੀਟੀਕਲ ਡੈਮੋਕ੍ਰੇਸੀ ਨਹੀਂ ਰਹੀ। ਜਦੋਂ ਤੋਂ ਮੌਰੀਆ ਕਾਲ ਦਾ ਅੰਤ ਹੋਇਆ, ਸੁੰਗ ਕਾਲ ਆਇਆ, 185 BC 'ਚ ਮਨੂ ਸਮ੍ਰਿਤੀ ਆ ਗਈ। ਇਸ ਦੇਸ਼ ਨੂੰ ਵਰਨ ਵਿਵਸਥਾ ਤੋਂ ਬਾਅਦ ਜਾਤਾਂ ਵਿੱਚ ਬੁਰੀ ਤਰ੍ਹਾਂ ਨਾਲ ਵੰਡਿਆ ਗਿਆ ਔਰ ਉਸ ਵੰਡ ਦੇ ਫਲਸਵਰੂਪ ਜਿਹੜਾ ਇੱਥੋਂ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਖਤਮ ਕਰ ਦਿੱਤੀ ਗਈ। ਇੰਡੀਵਿਜੂਅਲ ਡੈਮੋਕ੍ਰੇਸੀ ਖਤਮ ਕਰ ਦਿੱਤੀ ਗਈ, ਰਾਜਾ ਚੁਣਨ ਦੀ ਡੈਮੋਕ੍ਰੇਸੀ ਖਤਮ ਕਰ ਦਿੱਤੀ ਗਈ। ਇੱਥੋਂ ਤੱਕ ਕਿ ਜਿੱਦਣ ਭਾਰਤ ਦੇਸ਼ ਆਜ਼ਾਦ ਹੋਇਆ 15 ਅਗਸਤ 1947, ਉਦਣ ਵੀ 565 ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਦੇਸ਼ ਸੀ। ਕੋਈ ਡੈਮੋਕ੍ਰੇਸੀ ਨਹੀਂ ਸੀ। ਕੋਈ 2 ਪਿੰਡਾਂ ਦੇ ਰਾਜਾ ਸੀਗਾ, 200 ਪਿੰਡਾਂ ਦਾ ਵੀ ਰਾਜਾ ਸੀਗਾ, 200 ਤਹਿਸੀਲਾਂ ਦਾ ਵੀ ਰਾਜਾ ਸੀਗਾ। ਜਿੱਦਾਂ ਸਾਡੇ ਮਹਾਰਾਜਾ ਪਟਿਆਲਾ ਵੱਡੀ ਰਿਆਸਤ ਸੀਗੀ, ਮਹਾਰਾਜਾ ਨਾਭਾ ਛੋਟੀ ਰਿਆਸਤ ਸੀਗੀ, ਮਹਾਰਾਜਾ ਕਪੂਰਥਲਾ ਹੋਰ ਛੋਟੀ ਰਿਆਸਤ ਸੀਗੀ। ਅਤੇ ਹਿਮਾਚਲ 'ਚ ਚੜ੍ਹ ਜਾਓ, ਉੱਥੇ 2-2 ਪਿੰਡਾਂ ਦੀਆਂ ਵੀ ਰਿਆਸਤਾਂ ਸੀਗੀਆਂ। 565 ਰਿਆਸਤਾਂ ਇੰਡੀਆ ਦੇ ਵਿੱਚ ਜਿਹੜੀਆਂ ਡੈਮੋਕ੍ਰੇਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਨੇ ਉਹ ਸਾਰੀ ਜਿਹੜਾ ਮਰਜ ਹੋਇਆ, ਕੰਟਰੀ ਬਣੀ, ਯੂਨਿਟੀ, ਜਿਓਗ੍ਰਾਫੀਕਲ ਯੂਨਿਟੀ ਤਾਂ ਬਣ ਗਈ। ਜਿਓਗ੍ਰਾਫੀਕਲ ਯੂਨਿਟੀ ਦੇ ਨਾਲ ਜਿਹੜਾ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਸਭਾ ਔਰ ਕੰਸਟੀਟਿਊਸ਼ਨਲ ਡਰਾਫਟ ਕਮੇਟੀ ਨੇ ਜਿਹੜਾ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਦੀ ਅਗਵਾਈ 'ਚ ਤਿਆਰ ਕੀਤਾ, ਉਹਨੂੰ ਸੰਵਿਧਾਨ ਸਭਾ ਦੇ ਵਿੱਚ ਰੱਖਿਆ ਗਿਆ। ਉਹਦੇ ਤਹਿਤ ਜਿਹੜਾ ਪੋਲੀਟੀਕਲ ਜਿਹੜੀ ਆਜ਼ਾਦੀ ਉਹ ਆ ਚੁੱਕੀ ਆ। ਹਰ ਇਨਸਾਨ ਆਪਣਾ ਵੋਟ ਪਾਉਣ ਦਾ ਜਿਹੜਾ ਉਹ ਆਜ਼ਾਦ ਹੈ, ਜਿਹਨੂੰ ਮਰਜ਼ੀ ਪਾ ਸਕਦਾ। ਉਹ ਸ਼ਰਾਬ ਪੀ ਕੇ ਪਾਦਾ ਹੈ, ਅਲੱਗ ਗੱਲ ਹੈ। ਉਹ ਨੋਟ ਲੈ ਕੇ ਪਾਦਾ ਹੈ, ਅਲੱਗ ਗੱਲ ਹੈ। ਪਾਉਂਦਾ ਹਰ ਬੰਦਾ ਆ। ਔਰ 4 ਫੁੱਟ ਦੇ ਪਰਦੇ ਪਿੱਛੇ ਉਹਦੀ ਮਰਜ਼ੀ ਆ ਉਹਨੇ ਰਾਜਾ ਕਿਹਨੂੰ ਚੁਣਨਾ। ਭਾਰਤ ਦੇ ਲੋਕ 4 ਫੁੱਟ ਦੇ ਪਰਦੇ ਪਿੱਛੇ ਖੜੇ ਹੋ ਕੇ ਉਹਨੂੰ ਰਾਜਾ ਵੀ ਚੁਣ ਸਕਦੇ ਜਿਹੜਾ 75 ਸਾਲ ਤੋਂ ਇਹਨਾਂ ਦੇ ਜੁੱਤੀਆਂ ਮਾਰ ਰਿਹਾ। ਉਹ ਜੁੱਤੀਆਂ ਮਾਰਨ ਵਾਲੇ ਨੂੰ ਬਦਲਣ ਲਈ ਵੀ ਬਦਲਵਾਂ ਪ੍ਰਬੰਧ ਚੁਣ ਸਕਦੇ, ਆਜ਼ਾਦ ਨੇ। ਜਿਹੜੀ ਆਜ਼ਾਦੀ ਨਹੀਂ ਆਈ ਹਲੇ ਤੱਕ, ਉਹ ਨੰਬਰ 1 ਆਜ਼ਾਦੀ ਆ ਸਮਾਜਿਕ ਆਜ਼ਾਦੀ, ਨੰਬਰ 2 ਆ ਆਰਥਿਕ ਆਜ਼ਾਦੀ।
ਫਿਰ ਤੁਸੀਂ ਵੋਟ ਪੋਲਿਟਿਕਸ ਵਿੱਚ ਕਿਉਂ, ਫਿਰ ਤੁਸੀਂ ਇਸ ਲੜਾਈ ਲਈ ਕਿਉਂ ਨਹੀਂ ਲੜ ਰਹੇ? ਫਿਰ ਜੇ ਤੁਸੀਂ ਕਹਿ ਰਹੇ ਹੋ ਵੀ ਉਸ ਤਰੀਕੇ ਨਾਲ ਆਜ਼ਾਦੀ ਨਹੀਂ ਆਈ, ਫਿਰ ਵੋਟ ਪੋਲਿਟਿਕਸ ਵਿੱਚ ਬਸਪਾ ਕਿਉਂ ਅਤੇ ਸਮਾਜਿਕ ਆਰਥਿਕ ਬਰਾਬਰੀ ਲਈ ਉਸ ਤਰੀਕੇ ਨਾਲ ਕਿਉਂ ਨਹੀਂ ਲੜ ਰਹੀ? ਹਾਂ, ਬਾਬਾ ਸਾਹਿਬ ਅੰਬੇਡਕਰ ਨੇ 26 ਜਨਵਰੀ 1950 ਪਾਰਲੀਮੈਂਟ 'ਚ ਭਾਸ਼ਣ ਕੀਤਾ ਕਿ ਅਸੀਂ ਪੋਲੀਟੀਕਲ ਤੌਰ ਤੇ ਬਰਾਬਰ ਹੋ ਚੁੱਕੇ ਹਾਂ, ਆਜ਼ਾਦ ਹੋ ਚੁੱਕੇ ਹਾਂ, ਵਨ ਮੈਨ ਵਨ ਵੋਟ ਵਨ ਵੈਲਿਊ। ਪਰ ਅਸੀਂ ਸਮਾਜਿਕ ਔਰ ਆਰਥਿਕ ਤੌਰ ਤੇ ਅੱਜ ਵੀ ਦੇਸ਼ ਵਿੱਚ ਵੱਡਾ ਪਾੜਾ, ਵੱਡਾ ਬਖਰੇਵਾਂ ਚੱਲ ਰਿਹਾ ਆ। ਇਹਨੂੰ ਦੂਰ ਕਰਨਾ ਹਕੂਮਤ ਦਾ ਕੰਮ ਹੈ, ਰਾਜ ਸੱਤਾ ਦਾ ਕੰਮ ਹੈ। ਆਜ਼ਾਦੀ ਦੇ 75 ਸਾਲਾਂ 'ਚ ਰਾਜ ਸੱਤਾ ਨੇ ਇਹ ਕੰਮ ਨਹੀਂ ਕੀਤਾ। ਜਦੋਂ ਇਹ ਕੰਮ ਨਹੀਂ ਕੀਤਾ ਤਾਂ 1964 ਦੇ ਵਿੱਚ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਨੇ ਇਸ ਕੰਮ ਬਾਰੇ ਸੋਚਣਾ ਸ਼ੁਰੂ ਕੀਤਾ ਔਰ 1984 'ਚ 20 ਸਾਲ ਲਗਾਤਾਰ ਲੋਕਾਂ 'ਚ ਵਿਚਰ ਕੇ ਇੱਕ ਪਾਰਟੀ ਬਣਾਈ। ਉਹਦਾ ਇੱਕੋ ਹੀ ਏਜੰਡਾ ਰੱਖਿਆ, ਸਮਾਜਿਕ ਪਰਿਵਰਤਨ, ਸਮਾਜਿਕ ਗੁਲਾਮੀ ਨੂੰ ਖਤਮ ਕਰਨ ਲਈ ਸਮਾਜਿਕ ਪਰਿਵਰਤਨ, ਆਰਥਿਕ ਗੁਲਾਮੀ ਨੂੰ ਖਤਮ ਕਰਨ ਲਈ ਆਰਥਿਕ ਮੁਕਤੀ। ਔਰ ਸਾਡਾ ਇੱਕ ਲੋਗੋ ਆ ਪਾਰਟੀ ਦਾ, ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਲਈ ਬਹੁਜਨ ਸਮਾਜ ਪਾਰਟੀ। ਸਮਾਜਿਕ ਪਰਿਵਰਤਨ ਦਾ ਮਤਲਬ ਆ ਗੁਲਾਮੀ ਨੂੰ ਖਤਮ ਕਰਕੇ ਬਰਾਬਰਤਾ ਕਾਇਮ ਕਰਨੀ, ਜਿੱਦਾਂ ਗੁਰੂਆਂ ਦਾ ਸੁਪਨਾ ਸੀ, ਮਾਨਸ ਕੀ ਜਾਤੀ ਸਭੇ ਇੱਕ ਪਹਿਚਾਣ। ਆਰਥਿਕ ਗੁਲਾਮੀ ਤੋੜ ਕੇ ਆਰਥਿਕ ਆਜ਼ਾਦੀ ਲੈਣੀ, ਇਹਦਾ ਮਤਲਬ ਸੀ ਜਿਨ੍ਹਾਂ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਧਨ, ਧਰਤੀ, ਜ਼ਮੀਨ ਤੋਂ ਮਹਿਰੂਮ ਕੀਤਾ ਗਿਆ, ਉਹਨਾਂ ਨੂੰ ਨਾ ਹਿੱਸਾ ਦੇਣਾ। ਜਿਸकी जितनी संख्या भारी उसकी उतनी हिस्सेदारी ਸਾਹਿਬ ਦਾ ਨਾਰਾ ਸੀ। ਵੀ ਜੇ ਐਸਸੀ ਦੀ ਆਬਾਦੀ 25% SC ST ਦੀ ਦੇਸ਼ ਵਿੱਚ ਹੈ ਤਾਂ 25% ਜ਼ਮੀਨਾਂ ਦੇ ਵੀ ਮਾਲਕ ਹੋਣੇ ਚਾਹੀਦੇ। ਅੱਜ ਦੇਸ਼ ਵਿੱਚ 1.5% ਵੀ ਹੈ ਨਹੀਂ। ਜੇ ਦੇਸ਼ ਦੇ ਵਿੱਚ 100 ਭੱਠਾ ਆ, 100 ਸ਼ੈਲਰ ਹੈ, 100 ਪੈਟਰੋਲ ਪੰਪ ਹੈ ਤਾਂ 25 SC ST ਨੂੰ ਵੀ ਦੇਣੇ ਆ, 52 OBC ਨੂੰ ਵੀ ਦੇਣੇ। ਸਾਹਿਬ ਕਾਂਸ਼ੀ ਰਾਮ ਨੇ ਨਾਰਾ ਦਿੱਤਾ, ਜੋ ਜ਼ਮੀਨ ਸਰਕਾਰੀ ਹੈ वो ਜ਼ਮੀਨ ਹਮਾਰੀ ਹੈ। ਇਹ ਬਹੁਜਨ ਸਮਾਜ ਪਾਰਟੀ ਦਾ ਨਾਰਾ। ਇਸੇ ਨਾਰਿਆਂ ਦੇ ਤਹਿਤ, ਇਸੇ ਸੰਕਲਪ ਦੇ ਤਹਿਤ ਅਸੀਂ ਦੇਸ਼ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਆ, BJP ਕਾਂਗਰਸ ਤੋਂ ਬਾਅਦ। ਭਲਾ ਹੀ ਸਾਡੇ ਕੋਲ ਸੱਤਾ ਨਹੀਂ ਆਈ, ਭਲਾ ਹੀ ਸਾਡੇ ਕੋਲ ਮੈਂਬਰ ਪਾਰਲੀਮੈਂਟ ਨਹੀਂ, ਭਲਾ ਹੀ ਸਾਡੇ ਕੋਲ MLA ਨਹੀਂ, ਅਸੀਂ ਪੰਜਾਬ 'ਚ ਇਸੇ ਕੰਸੈਪਟ ਤੇ ਚੱਲ ਕੇ 25 ਸਾਲਾਂ ਬਾਅਦ ਖਾਤਾ ਖੋਲ੍ਹਿਆ। ਔਰ ਭੈਣ ਕੁਮਾਰੀ ਮਾਇਆਵਤੀ ਜੀ ਉੱਤਰ ਪ੍ਰਦੇਸ਼ 'ਚ 4 ਵਾਰੀ ਮੁੱਖ ਮੰਤਰੀ ਇਸੇ ਤਹਿਤ ਬਣੇ। ਅਗਲੀ ਇੱਕੋ ਹੀ ਗੱਲ ਸਾਹਿਲ ਜੀ, ਅੱਜ ਤੱਕ ਅਸੀਂ ਚੋਣ ਮੈਨੀਫੈਸਟੋ ਨਹੀਂ ਜਾਰੀ ਕੀਤਾ। ਸਾਡਾ ਚੋਣ ਮੈਨੀਫੈਸਟੋ ਇੱਕੋ ਹੀ ਗੱਲ ਲਈ ਆ, ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ। ਪਰ ਕੀ ਉਹ ਆਈ, ਕੀ ਉਹ ਵੋਟ ਪੋਲਿਟਿਕਸ? ਤੁਸੀਂ ਕਹਿ ਰਹੇ ਹੋ ਵੀ ਸੱਤਾ ਵੀ ਤੁਸੀਂ ਮਾਣ ਲਈ, 4 ਵਾਰ UP ਦੇ ਮੁੱਖ ਮੰਤਰੀ ਬਣ ਗਏ, ਪਰ ਜਿਹੜਾ ਆਰਥਿਕ ਪਾੜਾ, ਆਪਾਂ ਭਾਵੇਂ NSSO ਦੀਆਂ ਰਿਪੋਰਟਾਂ ਦੀ ਗੱਲ ਕਰ ਲਈਏ, ਉਹਦੇ ਵਿੱਚ ਕੋਈ ਬੜਾ ਫਰਕ ਨਹੀਂ ਆਇਆ। ਈਵਨ ਕਿ ਜਿਹੜੇ ਸ਼ਡਿਊਲ ਟਰਾਈਬ ਨੇ ਉਹਨਾਂ 'ਚ ਆਰਥਿਕ ਪਾੜਾ ਉਹ ਸੋ ਕਾਲਡ ਪ੍ਰਕਾਸਟ ਨਾਲੋਂ ਉਹ ਵੱਧ ਰਿਹਾ। ਫਿਰ ਇਸ ਵੋਟ ਪੋਲਿਟਿਕਸ ਦਾ ਜੋ ਸੰਵਿਧਾਨ ਦੇ ਵਿੱਚ ਲਿਖਿਆ ਉਹਦਾ ਕੀਤਾ ਕੀ ਜਾਵੇ? ਸਾਡੀ UP 4 ਵਾਰੀ ਸੱਤਾ ਆਈ। ਸਭ ਪਹਿਲੀ ਜਿਹੜੀ ਸੱਤਾ ਸੀ ਸਾਡੀ 4.5 ਮਹੀਨਿਆਂ ਦੀ ਸੀ। ਪਹਿਲੀ ਟਰਮ ਦੇ ਵਿੱਚ ਅਸੀਂ 1.5 ਲੱਖ ਗੁੰਡਾ, ਜਿਹੜਾ ਦਲਿਤਾਂ ਪਛੜਿਆਂ ਤੇ ਆਜ਼ਾਦੀ ਦੇ 50 ਸਾਲਾਂ 'ਚ, ਉਸ ਵੇਲੇ 50 ਸਾਲ ਹੋਣੇ ਵਾਲੇ ਸੀ, ਜਦ ਜ਼ੁਲਮ ਕਰ ਰਿਹਾ ਸੀ, ਚੁੱਕ ਕੇ ਜੇਲ੍ਹ 'ਚ ਸੁੱਟਿਆ। ਪਹਿਲੇ 100 ਦਿਨਾਂ 'ਚ 1.5 ਲੱਖ ਬੰਦਾ ਜਿਹੜਾ ਦਲਿਤਾਂ ਪਛੜਿਆਂ ਤੇ ਜੁੱਤੀ ਫੇਰਦਾ ਸੀ, ਉਹਨਾਂ ਤੇ ਜੁੱਤੀ ਫੇਰਨ ਦਾ ਕੰਮ ਬਹੁਜਨ ਸਮਾਜ ਪਾਰਟੀ ਨੇ ਕੀਤਾ। ਨੰਬਰ 1। ਨੰਬਰ 2, ਜਦੋਂ ਸਾਡੀ ਸੈਕਿੰਡ ਟਰਮ ਆਈ, ਅਸੀਂ ਫਸਟ ਔਰ ਸੈਕਿੰਡ ਦੋਹਾਂ ਨੂੰ ਮਿਲਾ ਕੇ ਔਰ ਥਰਡ ਟਰਮ ਜਿੰਨੀ UP ਸਰਕਾਰੀ ਜ਼ਮੀਨ ਪਈ ਸੀ ਉਹ ਪੱਟੇ ਆਜ਼ਾਦੀ ਦੇ 50 ਸਾਲਾਂ 'ਚ ਦਿੱਤੇ ਗਏ ਸੀ ਦਲਿਤਾਂ ਪਛੜਿਆਂ। 3 ਕਿੱਲਿਆਂ ਦਾ ਪੱਟਾ, 1 ਕਿੱਲੇ ਦਾ ਪੱਟਾ। ਅਸੀਂ ਇੱਕ ਸਪੈਸ਼ਲ ਅਭਿਆਨ ਚਲਾਇਆ, ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ, ਚੱਕੋ ਵੀ ਪੱਟੇ, ਰਜਿਸਟਰੀਆਂ ਤੁਹਾਡੇ ਨਾਮ, ਵੇਚੋ ਵਰਤੋ ਜੋ ਮਰਜ਼ੀ ਕਰੋ, ਯੂ ਆਰ ਦੀ ਓਨਰ ਆਫ ਦਿਸ ਲੈਂਡ। ਔਰ ਫਿਰ ਅਸੀਂ ਜਦੋਂ ਥਰਡ ਟਰਮ ਸਾਡੀ ਆਈ, ਅਸੀਂ ਬਕਾਇਦਾ ਜਿਹਦਾ ਸਰਕਾਰੀ ਠੇਕੇਦਾਰ ਹੈ, ਹੁਣ ਸਾਡੇ ਵਰਗਾਂ 'ਚ ਇੱਕ ਵੀ ਸਰਕਾਰੀ ਠੇਕੇਦਾਰ ਨਹੀਂ ਦਲਿਤਾਂ ਪਛੜਿਆਂ 'ਚ। ਸਰਕਾਰੀ ਠੇਕੇਦਾਰ ਕਿਆ ਹੁੰਦਾ? ਬਿਲਡਿੰਗ ਬਣਾਉਂਦਾ 50 ਕਰੋੜ ਦੀ, ਸਰਕਾਰੀ ਪੁਲ ਬਣਾਉਂਦਾ 100 ਕਰੋੜ ਦਾ, ਵੱਡੀ ਸੜਕ ਨੈਸ਼ਨਲ ਹਾਈਵੇ ਬਣਾਉਂਦਾ 5000 ਕਰੋੜ ਦਾ, ਇੱਕ ਵੀ ਠੇਕੇਦਾਰ। ਸਾਡੀ ਰਿਸ਼ਤੇਦਾਰੀਆਂ 'ਚ ਇੱਕ ਵੀ ਠੇਕੇਦਾਰ ਨਹੀਂ। ਤਾਂ ਭੈਣ ਕੁਮਾਰੀ ਮਾਇਆਵਤੀ ਨੇ ਰਿਜ਼ਰਵ ਕੀਤਾ ਕਿ 25% ਠੇਕੇਦਾਰੀ ਸ਼ਡਿਊਲ ਕਾਸਟ ਦੀ, 25% ਠੇਕੇਦਾਰ OBC ਜਮਾਤਾਂ ਦੇ, ਇਹ 50% ਸਾਡੇ ਠੇਕੇਦਾਰ ਪੈਦਾ। ਮਤਲਬ ਆਰਥਿਕ ਨੀਤੀਆਂ ਇੱਦਾਂ ਦੀਆਂ ਲਿਆਉਣੀਆਂ, ਜ਼ਮੀਨ ਦੀ ਵੰਡ ਇੱਦਾਂ ਕਿ ਸਾਡੇ ਹੁਣ ਤੁਹਾਡਾ ਬੈਲਟ ਵਾ ਸਾਰੀ ਮਾਲਵੇ ਪੱਟੀ ਵਾਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਮਤਲਬ ਉਹ ਕੀ ਕਰਦੇ ਆ, ਮਜ਼ਦੂਰਾਂ ਨੂੰ ਲਿਆਉਂਦੇ ਆ, ਉੱਥੇ ਸਰਕਾਰ ਦੀਆਂ ਜੁੱਤੀਆਂ ਪੈਂਦੀਆਂ, ਕਹਿੰਦੇ ਸੰਘਰਸ਼ ਕਰ ਰਹੇ ਆ। ਬਈ ਮਿਲਿਆ ਕਿਆ? 2-4 ਪਿੰਡਾਂ 'ਚ ਜੁੱਤੀਆਂ ਖਾ ਕੇ ਕਿਤੇ ਸਾਂਝੀ ਖੇਤੀ ਚੱਲਦੀ ਆ। ਪਰ ਉਹਨਾਂ ਨੇ 100 ਪਿੰਡਾਂ ਵਿੱਚ ਸਾਂਝੀ ਜ਼ਮੀਨ ਵੀ ਲਈ ਆ, ਲੋਕ ਸਾਂਝੀ ਖੇਤੀ ਵੀ ਕਰ ਰਹੇ ਆ। 2-4 ਪਿੰਡਾਂ 'ਚ ਸਾਂਝੀ ਖੇਤੀ ਦਾ ਸੰਕਲਪ ਚੱਲ ਰਿਹਾ ਬਹੁਤ। ਮੈਂ ਉਹ ਸਟੱਡੀ ਕੀਤਾ, ਮਾੜਾ ਨਹੀਂ ਹੈ,
ਪਰ ਜੇ ਇੰਨੀਆਂ ਜੁੱਤੀਆਂ ਖਾ ਕੇ ਤਾਂ ਸੱਤਾ ਬਦਲੀ ਜਾ ਸਕਦੀ ਹੈ। ਇੰਨੀਆਂ ਜੁੱਤੀਆਂ ਖਾ ਕੇ ਤਾਂ ਮਜ਼ਦੂਰ ਮੁੱਖ ਮੰਤਰੀ ਬਣ ਸਕਦਾ। ਇੰਨੀਆਂ ਜੁੱਤੀਆਂ ਖਾ ਕੇ 100 ਪਿੰਡਾਂ ਦੀ ਜ਼ਮੀਨ, ਮੇਰੇ ਕੋਲ ਤਾਂ 2-4 ਪਿੰਡਾਂ ਦੀ ਉਹ ਲਿਸਟ ਹੈ। ਨੰਬਰ 1। ਨੰਬਰ 2, ਇੱਕ ਪਾਸੇ ਸਾਡਾ ਬਹੁਜਨ ਸਮਾਜ ਪਾਰਟੀ ਦਾ ਰਾਜ ਹੈ, 11 ਲੱਖ ਕਿੱਲਾ ਜ਼ਮੀਨ ਦਾ ਬਣ ਦਿੱਤਾ ਗਿਆ ਤੇ 100 ਪਿੰਡਾਂ ਦੇ ਵਿੱਚ 5000 ਕਿੱਲਾ ਨਹੀਂ ਬਣਨਾ। ਪਰ ਜੇਕਰ ਤੁਹਾਡੀ ਸੱਤਾ ਨਹੀਂ ਆਈ ਫਿਰ ਮਜ਼ਦੂਰ ਤਾਂ ਉੱਥੇ ਹੀ ਰਹਿਣਗੇ। ਬਾਬਾ ਸਾਹਿਬ ਅੰਬੇਡਕਰ ਮਹਾਂਪੁਰਸ਼ਾਂ ਤੋਂ ਸਾਨੂੰ ਰਾਹ ਪੁੱਛਣਾ ਪਊਗਾ। ਮਹਾਂਪੁਰਸ਼ਾਂ ਦਾ ਜੀਵਨ ਰਾਹ ਦੱਸਦਾ। ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਦਸ਼ਮੇਸ਼ ਪਿਤਾ ਨੇ ਕਲਗੀ ਸਜਾਈ ਗਰੀਬ ਦੇ ਸਿਰ ਤੇ, ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਬਾਬਾ ਨਾਨਕ ਰਾਹ ਦਸੇਰਾ ਕਰਦਾ, ਤਖਤੇ ਰਾਜਾ ਸੋ ਬਹਿ ਜੋ ਤਖਤੇ ਲੈਕ ਹੋਵੇ। ਬਾਬਾ ਸਾਹਿਬ ਅੰਬੇਡਕਰ ਰਾਹ ਦਸੇਰਾ ਕਰਦੇ, ਜਿਨ੍ਹਾਂ ਦੀ ਅੱਜ ਡੈਥ ਐਨਵਰਸਰੀ, ਕਿ ਝੁੱਗੀਆਂ ਦੇ ਮਾਲਕੋ ਕੰਨਾਂ ਤੇ ਲਿਖੋ ਕਿ ਤੁਸੀਂ ਇਸ ਦੇਸ਼ ਦੇ ਮਾਲਕ ਬਣਨਾ। ਤੇ ਜੇ ਮਾਲਕ ਮਜ਼ਦੂਰ ਬਣ ਜਾਏ, ਕਾਰਲ ਮਾਰਕਸ ਕੀ ਕਹਿੰਦਾ, ਜਿਹਦਾ ਲਾਲ ਝੰਡਾ ਲੈ ਕੇ, ਕਿ ਸੰਸਾਰ ਦੇ ਮਜ਼ਦੂਰੋਂ ਇੱਕ ਹੋ ਜਾਓ। ਲੇਕਿਨ ਮਜ਼ਦੂਰ ਜਥੇਬੰਦੀਆਂ 15-15 20 ਜਗ੍ਹਾ ਫਟੀਆਂ ਪਈਆਂ। ਕੀ ਕਹਿੰਦੇ? ਤੇ ਜੇ ਹਜ਼ਾਰਾਂ ਸਾਲਾਂ ਤੋਂ ਸਾਨੂੰ ਮਨੂ ਨੇ ਵੰਡਿਆ ਔਰ ਮਜ਼ਦੂਰਾਂ ਦੀ એનર્ਜੀ 75 ਸਾਲਾਂ 'ਚ ਵੇਸਟ ਕੀਤੀ ਗਈ। ਮਜ਼ਦੂਰ ਤਾਂ ਕ੍ਰਾਂਤੀਕਾਰੀ ਆ। ਇੱਥੇ ਇੱਕ ਮੈਂ ਹੋਰ ਗੱਲ ਜੋੜ ਦਿੰਦਾ ਜੀ। ਅੰਬੇਦਕਰ ਸਾਹਿਬ ਦਾ ਵੀ 1953 ਦਾ ਬਿਆਨ ਹੈ ਕਿ ਉਹ ਜਦੋਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਸੰਵਿਧਾਨ ਨੇ ਕੰਮ ਨਾ ਕੀਤਾ ਤਾਂ ਮੈਂ ਪਹਿਲਾ ਸ਼ਖਸ ਹੋਊਗਾ ਜਿਹੜਾ ਉਹਨੂੰ ਸਾੜੂਗਾ। ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਸਵਾਲ ਕੀਤਾ ਲਗਭਗ 1.5 ਸਾਲ ਬਾਅਦ ਇੱਕ ਰਾਜ ਸਭਾ ਮੈਂਬਰ ਨੇ ਕਿ ਤੁਸੀਂ ਇੱਦਾਂ ਕਿਉਂ ਕਿਹਾ ਸੀਗਾ। ਉਹ ਕਹਿੰਦੇ ਮੈਂ ਤਾਂ ਕਿਹਾ ਸੀਗਾ ਕਿ ਮੈਂ ਇੱਕ ਮੰਦਿਰ ਬਣਾਇਆ ਸੀ, ਪਰ ਉਹਦੇ ਵਿੱਚ ਭਗਵਾਨ ਦਾ ਵਾਸ ਹੋਣ ਤੋਂ ਪਹਿਲਾਂ ਸ਼ੈਤਾਨਾਂ ਦਾ ਵਾਸ ਹੋ ਗਿਆ। ਜੇ ਸੰਵਿਧਾਨ ਵਿੱਚ ਸ਼ੈਤਾਨਾਂ ਦਾ ਵਾਸ ਹੋ ਚੁੱਕਾ, ਜੇ ਸਾਰਾ ਕੁਝ ਨਹੀਂ ਹੋ ਰਿਹਾ, ਫਿਰ ਕੀ ਤੁਸੀਂ ਹੁਣ ਵੋਟ ਪੋਲਿਟਿਕਸ ਨੂੰ ਜਾਂ ਸੰਵਿਧਾਨ ਤੋਂ ਅੱਗੇ ਦੀ ਗੱਲ ਕਰੋਗੇ? ਦੇਖੋ, ਫਿਰ ਮੈਂ ਬੇਨਤੀ ਕੀ ਕਰਦਾ, ਬਾਬਾ ਸਾਹਿਬ ਅੰਬੇਡਕਰ ਨੇ ਇਹ ਗੱਲ ਕਹੀ ਸੀ, ਜੇ ਸੰਵਿਧਾਨ ਦੇ ਮਾਲਕ ਕਮੀਨੇ ਹੋਣ ਤੇ ਸੰਵਿਧਾਨ ਚੰਗਾ ਹੋਵੇ ਤੇ ਕਮੀਨਿਆਂ ਦੀ ਅਗਵਾਈ 'ਚ ਸੰਵਿਧਾਨ ਫੇਲ ਹੋ ਜਾਏਗਾ। ਲੇਕਿਨ ਜੇ ਸੰਵਿਧਾਨ ਕਮੀਆਂ ਵਾਲਾ ਹੋਵੇ ਤੇ ਲਾਗੂ ਕਰਨ ਵਾਲੇ ਅੱਛੇ ਲੋਕ ਹੋਣ ਤਾਂ ਕਮੀਆਂ ਨੂੰ ਢੱਕ ਦੇਣਗੇ ਔਰ ਦੇਸ਼ ਦੇ ਵਿੱਚ ਭਲੇ ਦਾ ਕੰਮ ਹੋਏਗਾ। ਆਜ਼ਾਦੀ ਦੇ 75 ਸਾਲਾਂ 'ਚ ਸੰਵਿਧਾਨ ਤੇ ਬਹੁਤ ਅੱਛਾ ਆ, ਲੇਕਿਨ ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ ਦੀ ਨੀਅਤ ਅੱਛੀ ਨਹੀਂ ਹੈ। ਸਾਨੂੰ ਦਲਿਤਾਂ, ਪਛੜੇ, ਗਰੀਬਾਂ, ਮਜ਼ਦੂਰਾਂ ਨੂੰ ਆਪਣਾ ਇਕੱਠ ਪੈਦਾ ਕਰਕੇ, ਮਾੜੀ ਨੀਅਤ ਵਾਲੇ ਜਿਹੜੇ ਸੱਤਾ ਤੇ ਬੈਠੇ ਲੋਕ ਨੇ ਉਹਨਾਂ ਨੂੰ ਸੱਤਾ 'ਚੋਂ ਬਾਹਰ ਕਰਕੇ ਅੱਛੇ ਲੋਕਾਂ ਨੂੰ, ਨੇਕ ਨੀਅਤ ਨੂੰ ਸੱਤਾ ਦੇ ਮੰਦਰ 'ਚ ਪੁਜਾਰੀ ਬਣਾਉਣ ਦਾ ਕੰਮ ਕਰਨਾ ਚਾਹੀਦਾ। ਹੁਣ ਪੰਜਾਬ ਦੇ ਉਦਾਹਰਣ ਲੈ ਲਈਏ। ਇਹਨਾਂ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ, ਮਜ਼ਦੂਰ ਦੀ ਗੱਲ ਕਰਕੇ ਸਰਕਾਰ ਬਣਾ ਲਈ, ਤੇ ਮਜ਼ਦੂਰ ਛੱਲੀਆਂ ਵਾਂਗੂ ਕੁੱਟੇ। ਔਰ ਮੈਂ ਦਾਅਵੇ ਨਾਲ ਕਹਿੰਦਾ ਉਹ 99% ਮਜ਼ਦੂਰਾਂ ਨੇ ਝਾੜੂ ਨੂੰ ਵੋਟ ਪਾਈ ਆ। ਮੈਂ ਦਾਅਵੇ ਨਾਲ ਕਹਿੰਦਾ ਇਸ ਗੱਲ ਨੂੰ। ਔਰ ਇਹਨਾਂ ਨੂੰ ਲੱਗਿਆ ਸਾਡੇ ਮੂਹਰੇ ਚੁਣੌਤੀ ਕੌਣ ਹੈ। ਇਹਨਾਂ ਨੇ ਦੇਖਿਆ 2 ਝੰਡੇ, ਇੱਕ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਲਾਲ ਝੰਡਾ, ਉਹ ਸਾਡਾ ਰਾਹ ਰੋਕ ਸਕਦਾ। ਦੂਜਾ ਨੀਲਾ ਝੰਡਾ ਬਾਬਾ ਸਾਹਿਬ ਅੰਬੇਡਕਰ ਦਾ, ਉਹ ਰਾਹ ਰੋਕ ਸਕਦਾ। ਇਹ ਦੋਏ ਸਾਡਾ ਰਾਹ ਨਾ ਰੋਕਣ। ਇਹਨਾਂ ਨੇ ਇੱਕ ਫੋਟੋ ਦਫ਼ਤਰ ਦੇ ਵਿੱਚ ਲਾਲ ਝੰਡੇ ਵਾਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਲਗਾ ਲਈ ਔਰ ਦੂਜਾ ਨੀਲੇ ਝੰਡੇ ਵਾਲੇ ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਦੀ ਲਾ ਲਈ। ਅੱਜ ਬਾਬਾ ਸਾਹਿਬ ਅੰਬੇਡਕਰ ਦੀ ਬਰਸੀ ਆ। ਅੱਜ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ, ਸਾਰੀ ਦੀ ਸਾਰੀ ਦਿਲ ਲੈ ਗਈ ਕੁਰਸੀ ਗੁਜਰਾਤ ਦੀ। ਸਾਰੀ ਸਰਕਾਰ ਪਿਛਲੇ 1 ਮਹੀਨੇ ਤੋਂ ਗੁਜਰਾਤ ਕੇਮ ਸ਼ੋ ਮਾਝਾ ਮਾਸ਼ੋ ਕਰਨ ਲੱਗੀ ਹੋਆ। ਗੁਜਰਾਤ ਦੇ ਵਿੱਚ ਕੱਲੇ ਡੋਰ ਨੂੰ ਖੜਕਾ ਕੇ ਕੁਰਸੀ ਦੇ ਲਈ ਕੇਮ ਸ਼ੋ ਮਾਝਾ ਮਾਸ਼ੋ ਕਰਨ ਲੱਗੀ ਹੋਆ। ਔਰ ਅੱਜ ਮੈਂ ਅਖਬਾਰਾਂ ਦੇਖ ਰਿਹਾ ਸੀ, ਇੱਦਾਂ ਦੀਆਂ ਮੈਂ ਉਹ ਪਈਆਂ ਅਖਬਾਰਾਂ 20-25 ਅਖਬਾਰਾਂ ਮੇਰੇ ਮੂਹਰੇ ਪਈਆਂ। ਜਗਬਾਣੀ ਆ, ਟ੍ਰਿਬਿਊਨ ਵਾ, ਅਜੀਤ ਹੈ, ਤੇ ਲੇਕਿਨ ਔਰ ਦੈਨਿਕ ਭਾਸਕਰ ਪਈ ਆ, ਇੰਡੀਅਨ ਐਕਸਪ੍ਰੈਸ ਪਈ, ਟਾਈਮਜ਼ ਆਫ ਇੰਡੀਆ ਪਈ। ਕਿਸੇ ਅਖਬਾਰ ਦੇ ਵਿੱਚ ਪੰਜਾਬ ਸਰਕਾਰ ਇਹ ਦੱਸਦਾ ਹੈ ਬਾਬਾ ਸਾਹਿਬ ਅੰਬੇਡਕਰ ਦੀ ਬਰਸੀ ਆ ਔਰ ਬਾਬਾ ਸਾਹਿਬ ਅੰਬੇਡਕਰ ਦੀ ਇਹਨਾਂ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ। ਲੇਕਿਨ ਇਹ ਝੂਠ ਦਾ ਇਸ਼ਤਿਹਾਰ ਰੋਜ਼ ਦਿੰਦੇ। ਗੋਲਡੀ ਬਰਾੜ ਫੜ ਲਿਆ ਜੀ, ਉਹਦੀ ਕੋਈ ਅੱਜ ਤੱਕ ਵੀਡੀਓ ਨਹੀਂ ਜਾਰੀ ਕਰ ਪਾਏ। ਗੱਲ ਇਹ ਹੈ ਜੀ ਕਿ ਉਹਨਾਂ ਦੇ ਇਸ਼ਤਿਹਾਰ ਦੇਣ ਜਾਂ ਨਾ ਦੇਣ ਨਾਲ ਬਾਬਾ ਸਾਹਿਬ ਤਾਂ ਉੱਥੇ ਹੀ ਰਹਿਣਗੇ। ਉਹ ਸਾਡੇ ਲਈ, ਸਾਰੇ ਲਈ ਸਨਮਾਨ ਦੇ ਚਿੰਨ੍ਹ ਨੇ। ਉਹਨਾਂ ਨੇ ਬਹੁਤ ਕੰਮ ਕੀਤਾ ਦਲਿਤਾਂ ਦੀ ਮੁਕਤੀ ਲਈ। ਸਾਹਿਲ ਜੀ, ਕੱਲ ਮੈਂ ਇੱਕ ਵੀਡੀਓ ਬਿਆਨ ਔਰ ਪ੍ਰਿੰਟ ਬਿਆਨ ਜਾਰੀ ਕੀਤਾ ਕਿ ਬਾਬਾ ਸਾਹਿਬ ਦੀ ਫੋਟੋ ਲਾਣੇ ਵਾਲੀ ਹੋਈ ਬੇਨਕਾਬ। ਕੱਲ ਸਵੇਰੇ ਮੈਂ 2 ਵਜੇ ਪ੍ਰੈਸ ਨੋਟ ਜਾਰੀ ਕੀਤਾ। 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹਨਾਂ ਕੋਲ ਸਮਾਂ ਸੀ ਨਾ ਸਰਕਾਰ ਕੋਲ। 8 ਘੰਟਿਆਂ 'ਚ ਇਹ ਤੱਤ ਪੜ੍ਹਤ ਜਾਈਏ ਇਸ਼ਤਿਹਾਰ ਜਾਰੀ ਕਰ ਦਿੰਦੇ ਮੀਡੀਆ ਨੂੰ। ਤੱਤ ਪੜ੍ਹਤ ਜਾਈ ਡੀਸੀਆਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਜਾਰੀ ਕਰ ਦਿੰਦੇ ਬਈ ਸਕੂਲਾਂ 'ਚ ਜਾ ਕੇ ਬਾਬਾ ਸਾਹਿਬ ਅੰਬੇਡਕਰ ਦੇ ਉੱਤੇ ਕੋਈ ਸਕੂਲਿੰਗ ਕਰੋ, ਕਲਾਸਿੰਗ ਕਰੋ ਔਰ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ, ਉਹ ਨਹੀਂ ਤਾਂ ਫੁੱਲੇ ਚੜਵਾ ਦਿੰਦੇ ਪੰਜਾਬ ਦੇ 20,000 ਸਕੂਲਾਂ ਤੇ। ਲੇਕਿਨ ਕੁਛ ਵੀ ਕਰ ਨਹੀਂ ਪਾਏ। ਔਰ ਅੱਜ ਜਿਹੜੀ ਮੈਂ ਕੱਲ ਕਹੀ 2 ਵਜੇ, ਅੱਜ ਉਹ ਸੱਚੀ ਸਿੱਧ ਹੋ ਗਈ। ਜੀ।
ਇੱਕ ਗੱਲ ਹੋਰ ਆ ਜੀ, ਤੁਸੀਂ ਕਾਰਲ ਮਾਰਕਸ ਦਾ ਜ਼ਿਕਰ ਕੀਤਾ, ਭਗਤ ਸਿੰਘ ਦਾ ਜ਼ਿਕਰ ਕੀਤਾ। ਬਾਬਾ ਸਾਹਿਬ ਅੰਬੇਦਕਰ ਦੇ ਜਦੋਂ ਆਪਾਂ ਜੀਵਨ ਨੂੰ ਵੇਖਦੇ, ਉਹਨਾਂ ਦੇ ਅੰਤਲੇ ਸਮੇਂ ਨੂੰ ਦੇਖਦੇ ਹਾਂ, ਤਾਂ ਕੁਝ ਨਿਰਾਸ਼ਾ ਜ਼ਰੂਰ ਸੀ ਉਹਨਾਂ ਦੇ ਮਨਾਂ ਦੇ ਵਿੱਚ। ਜਿਵੇਂ ਉਹਨਾਂ ਦੇ ਆਗਰਾ ਭਾਸ਼ਣ ਦੀ ਗੱਲ ਕਰ ਲਈਏ, ਜਾਂ ਇੱਕ BBC ਇੰਟਰਵਿਊ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ। ਇੱਕ ਅੰਗਰੇਜ਼ ਪੱਤਰਕਾਰਾਂ ਨੂੰ ਇੰਟਰਵਿਊ ਸੀ। ਅੰਗਰੇਜ਼ ਪੱਤਰਕਾਰ ਪੁੱਛਦਾ ਕਿ ਕੀ ਤੁਸੀਂ ਇਸ ਡੈਮੋਕ੍ਰੇਸੀ ਤੋਂ ਖੁਸ਼ ਹੋ? ਤਾਂ ਉਹਨਾਂ ਨੇ ਬੜੇ ਨਿਰਾਸ਼ਾ ਦੇ ਆਲਮ ਵਿੱਚ ਕਿਹਾ ਕਿ ਨਹੀਂ, ਮੇਰੇ ਲੋਕਾਂ ਦੀ ਇਸ ਡੈਮੋਕ੍ਰੇਸੀ ਵਿੱਚ ਮੁਕਤੀ ਨਹੀਂ ਹੋ ਸਕਦੀ। ਉਹ ਇਹ ਕਹਿੰਦਾ ਵੀ ਫਿਰ ਕੀ ਹੱਲ ਹੋ ਸਕਦਾ? ਤਾਂ ਅੰਬੇਦਕਰ ਸਾਹਿਬ ਇਸ਼ਾਰਾ ਵੀ ਕਰਦਾ ਵੀ ਕਮਿਊਨਿਜ਼ਮ ਇੱਕ ਰਾਹ ਹੋ ਸਕਦਾ। ਇਹਦੇ ਬਾਰੇ ਕਿਵੇਂ ਦੇਖਦੇ ਹੋ? ਦੇਖੋ, ਮੈਂ ਤੁਹਾਡੇ ਨਾਲ ਗੈਰ ਰਸਮੀ ਗੱਲਬਾਤ ਦੇ ਦੌਰਾਨ ਬੜੇ ਵਿਸਥਾਰ ਨਾਲ ਇਹ ਗੱਲ ਕਰ ਰਿਹਾ ਸੀ। ਇਸ ਦੇਸ਼ ਦੇ ਵਿੱਚ ਜਿਹੜਾ ਜਾਤੀ ਸਿਸਟਮ ਰਿਹਾ, ਵਰਣ ਸਿਸਟਮ ਰਿਹਾ, ਔਰ ਉੱਪਰਲੇ ਜਿਹੜੇ 3 ਵਰਣ ਹੈ, ਬਾਹਮਣ, ਛੱਤਰੀ, ਵੈਸ਼, ਇਹ ਤਿੰਨੋਂ ਹੀ ਵਰਣ ਇਸ ਦੇਸ਼ 'ਚ ਸ਼ੋਸ਼ਕ ਵਰਗ ਰਹੇ ਆ। ਔਰ ਬਹੁਜਨ ਸਮਾਜ ਜਿਹੜਾ ਸ਼ੂਦਰਾਂ 'ਚ ਛੂਤਾਂ 'ਚ ਆਉਂਦਾ ਸੀ, ਇਹ ਸ਼ੋਸ਼ਿਤ ਰਿਹਾ, ਪੀੜਤ ਰਿਹਾ। ਔਰ ਕਮਿਊਨਿਜ਼ਮ ਜਿਹੜਾ ਇੰਡੀਆ ਦੇ ਵਿੱਚ ਆਇਆ, ਇਹ ਜਾਤਾਂ ਪਾਤਾਂ ਨਾਲ ਲੈ ਕੇ ਆਇਆ। ਕਮਿਊਨਿਜ਼ਮ ਨੂੰ ਵੈਸਟ ਬੰਗਾਲ 'ਚ ਆਪਾਂ ਦੇਖਿਆ। ਅੱਜ ਵੀ ਗਰੀਬ ਮਜ਼ਦੂਰ ਉਹ ਖੂਨ ਦਾ ਬਾਲਣ ਬਾਲ ਕੇ ਰਿਕਸ਼ਾ ਖਿੱਚਦਾ ਆਪਣੇ ਹੱਥ ਦੇ ਨਾਲ। ਉਹਨੂੰ ਉਸ ਹੱਥ ਰਿਕਸ਼ੇ ਤੋਂ ਆਜ਼ਾਦੀ ਨਹੀਂ ਕਮਿਊਨਿਜ਼ਮ ਦਵਾ ਪਾਇਆ। ਉਹਨਾਂ ਦੀਆਂ 4-5 ਸੂਬਿਆਂ 'ਚ ਲੰਬੇ ਸਮੇਂ ਨਾਲ ਸਰਕਾਰਾਂ ਰਹੀਆਂ। ਅੱਜ ਤੱਕ ਵੀ ਜ਼ਮੀਨਾਂ ਦੀ ਵੰਡ ਉਹਨਾਂ ਸੂਬਿਆਂ 'ਚ ਕਿਉਂ ਨਹੀਂ ਹੋਈ? ਅੱਜ ਤੱਕ ਵੀ ਉੱਥੇ ਉਹਨਾਂ ਦੇ ਰਾਜ ਦੇ ਵਿੱਚ ਟਾਟੇ ਸੰਗੂਰ 'ਚ ਫੈਕਟਰੀਆਂ ਲਾਉਂਦੇ ਰਹੇ। ਹੁਣ ਅੱਜ ਵੀ ਵੱਡੇ ਵੱਡੇ ਇੰਡਸਟਰੀ, ਉਹਨਾਂ ਦਾ ਇਤਿਹਾਸ ਕਮਿਊਨਿਜ਼ਮ ਦਾ ਸਾਡੇ ਸਾਹਮਣੇ ਹੀ ਪਿਆ ਨਾ। ਅੱਜ ਜੇ ਭਾਰਤ ਦੇਸ਼ 'ਚ ਕੋਈ ਮੁਕਤੀ ਕਰ ਸਕਦਾ ਤਾਂ ਉਹ ਅੰਬੇਡਕਰ ਦੀ ਵਿਚਾਰਧਾਰਾ ਆ। ਬਾਬਾ ਸਾਹਿਬ ਅੰਬੇਡਕਰ ਨਾਰਾਜ਼ ਸੀਗੇ ਕਿ ਜਿਸ ਸੰਵਿਧਾਨ, ਜਿਸ ਪੋਲੀਟੀਕਲ ਸਿਸਟਮ ਨੂੰ ਮੈਂ ਖੁਦ ਆਪਣੇ ਹੱਥੀਂ ਲਿਖਿਆ, ਡਰਾਫਟ ਕੀਤਾ, ਇੰਪਲੀਮੈਂਟ ਕਰਵਾਇਆ, ਉਸੇ ਸਿਸਟਮ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਬੰਬੇ ਤੋਂ ਹਾਰ ਰਹੇ ਆ, ਭੰਡਾਰਾ ਸੀਟ ਤੋਂ ਹਾਰ ਰਹੇ ਆ। ਕਾਂਗਰਸ ਉਹਨਾਂ ਦਾ PA 10 ਪੜ੍ਹਿਆ ਤੋੜ ਕੇ ਕਜਰੋਲਕਰ ਨੂੰ ਉਹਨਾਂ ਦੇ ਬਰਾਬਰ ਖੜਾ ਕਰਦੀ ਆ, ਕਰੋੜਾਂ ਰੁਪਈਆ ਲਾ ਕੇ ਅੰਬੇਡਕਰ ਸਾਹਿਬ ਨੂੰ ਹਰਾਉਣ ਦਾ ਕੰਮ ਕਰਦੀ ਆ। ਉਸੇ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਨੂੰ ਲਾਗੂ ਕਰਾਉਣ ਲਈ ਜਿੱਤ ਨਹੀਂ ਸਕੇ। ਬਾਬਾ ਸਾਹਿਬ ਜ਼ਰੂਰ ਨਿਰਾਸ਼ ਹੋਣਗੇ। ਜਿਹੜੀ ਤੁਸੀਂ ਇੰਟਰਵਿਊ ਦੀ ਗੱਲ ਕਰਦੇ ਹੋ, ਮੈਂ ਤਾਂ ਨਹੀਂ ਸੁਣੀ ਹਲੇ, ਲੇਕਿਨ ਅੱਜ ਜੇ ਇਹ ਨਿਰਾਸ਼ਾ ਨਾ ਹੁੰਦੀ, ਇਸ ਨਿਰਾਸ਼ਾ ਨੂੰ ਤੋੜਨ ਲਈ ਤਾਂ ਸਾਹਿਬ ਕਾਂਸ਼ੀ ਰਾਮ ਔਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਬਹੁਜਨ ਸਮਾਜ ਪਾਰਟੀ ਬਣਾਈ। ਸਾਹਿਬ ਕਾਂਸ਼ੀ ਰਾਮ ਜੀ ਪ੍ਰਧਾਨ ਸੀ ਪਹਿਲੇ, ਔਰ ਭੈਣ ਕੁਮਾਰੀ ਮਾਇਆਵਤੀ ਜੀ ਪਹਿਲੇ ਜਨਰਲ ਸੈਕਟਰੀ ਸੀਗੇ ਪਾਰਟੀ ਦੇ। ਅੱਜ ਜਦੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਕਿਹਾ, ਅੰਬੇਦਕਰ ਸਾਹਿਬ ਨੇ ਉਦੋਂ ਕਿਹਾ ਸੀਗਾ ਕਿ ਵੀ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ। ਅੱਜ ਰਿਜ਼ਰਵੇਸ਼ਨ ਦੀ ਜੋ ਹਾਲਤ ਆ, ਕੀ ਲੱਗਦਾ ਕਿ ਇੱਕ ਪੜ੍ਹਿਆ ਲਿਖਿਆ ਵਰਗ ਜ਼ਰੂਰ ਪੈਦਾ ਹੋ ਗਿਆ, ਸਿਖਾਲੇ ਹੋ ਗਏ ਨੇ ਕੁਝ ਲੋਕ, ਪਰ ਉਸ ਤਰੀਕੇ ਨਾਲ ਪਿੰਡਾਂ ਤੱਕ ਨਹੀਂ ਪਹੁੰਚ ਪਾ ਰਹੇ? ਉਹ ਇੱਕ ਕ੍ਰੀਮੀ ਲੇਅਰ ਉਹੀ ਵਾਰ-ਵਾਰ ਰਿਜ਼ਰਵੇਸ਼ਨ ਦਾ ਬੈਨੀਫਿਟ ਲੈ ਰਹੀ ਹੈ। ਮੈਂ 18 ਸਾਲ 5 ਮਹੀਨੇ ਸਰਕਾਰੀ ਨੌਕਰੀ ਕੀਤੀ। ਜਦੋਂ ਮੈਂ ਇਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਬਣਿਆ, ਅਤੇ ਮੈਂ ਰਿਜ਼ਾਈਨ ਤੋਂ 3 ਦਿਨ ਬਾਅਦ ਮੈਨੂੰ ਉਹਨਾਂ ਨੇ ਅਪੁਆਇੰਟ ਕੀਤਾ। ਔਰ ਮੈਂ ਭੱਠੇ 'ਤੇ ਕੰਮ ਕਰਨ ਵਾਲੇ ਸਰਦਾਰ ਮੋਹਨ ਸਿੰਘ ਬੰਗੜ ਦਾ ਵੱਡਾ ਪੁੱਤਰ ਸੀ। ਭੱਠੇ 'ਤੇ ਕੰਮ ਕਰਨ ਵਾਲੇ, ਪਥੇਰ ਵੀ ਉਹ ਕਰਦੇ ਸੀ, ਮਿੱਟੀ ਵੀ ਕੱਢਦੇ ਸੀ। ਠੀਕ ਹੈ, ਸਾਨੂੰ ਉਹਨਾਂ ਨੇ ਕੁੱਟ-ਕੁੱਟ ਕੇ ਪੜ੍ਹਨ ਦੇ ਲਈ ਕੁੱਟ-ਕੁੱਟ ਕੇ ਪੜ੍ਹਾਉਂਦੇ ਸੀ, ਪੜ੍ਹੋ ਬਈ, ਪੜ੍ਹਾਈ 'ਚ ਆਜ਼ਾਦੀ ਆ। ਅਤੇ ਜੇ ਮਜ਼ਦੂਰ ਆਪਣੇ ਪੁੱਤ ਨੂੰ ਇੱਦਾਂ ਪੜ੍ਹਾਵੇ, ਮੇਰੀ ਮਾਂ ਲੋਕਾਂ ਦੇ ਖੇਤਾਂ ਦੇ ਵਿੱਚੋਂ ਖੋਤਣ ਜਾਂਦੀ ਸੀ ਪੱਠੇ, ਅਤੇ ਅਸੀਂ ਉਸ ਗਰੀਬ ਪਰਿਵਾਰ 'ਚੋਂ ਜਦ ਮੈਂ ਨੌਕਰੀ 'ਤੇ ਲੱਗ ਸਕਦਾ, ਮੇਰੇ ਵਰਗੇ ਸੈਂਕੜੇ ਹਜ਼ਾਰਾਂ ਲੱਗੇ ਆ, ਲੱਖਾਂ ਲੱਗੇ ਆ ਇੰਡੀਆ 'ਚ ਤਾਂ। ਅਤੇ ਜੇ ਮਜ਼ਦੂਰ ਆਪਣੇ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਮੰਨੇ ਕਿ ਇੱਕ ਡੰਗ ਭਲਾ ਭੁੱਖੇ ਰਹਿ ਲਿਓ, ਆਪਣੇ ਬੱਚੇ ਨੂੰ ਜ਼ਰੂਰ ਪੜ੍ਹਾਇਓ। ਅੱਜ ਅਸੀਂ ਕਹਿੰਦੇ ਹਾਂ ਪੜ੍ਹਾਈ ਲਿਖਾਈ ਕਾਫੀ ਪੱਧਰ ਤੱਕ ਆਈ ਆ। ਅੱਜ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਨਾਲ ਸਿਖਾਓ ਕਿ ਕਾਕਾ ਬਿਜ਼ਨਸ ਕਰਨਾ ਹੈ। ਜੇ ਆਰਥਿਕ ਆਜ਼ਾਦੀ ਕਰਨੀ ਤਾਂ ਬਿਜ਼ਨਸ ਕਰਨਾ, ਕਿਉਂਕਿ ਹੁਣ ਜਿਹੜਾ ਦੇਸ਼ ਆ ਬਾਰਡਰ ਖੁੱਲ੍ਹੇ ਹੋ ਆ, ਤਾਂ ਤੁਸੀਂ ਜਿੱਦਾਂ ਮਰਜ਼ੀ ਬਿਜ਼ਨਸ ਵਪਾਰ ਕਰਕੇ, ਪੜ੍ਹਾਈ ਅਤੇ ਬਿਜ਼ਨਸ 2 ਗੱਲਾਂ ਬਹੁਜਨ ਸਮਾਜ 'ਚ ਜਾਣੀਆਂ ਚਾਹੀਦੀਆਂ ਜੀ। ਆਖਰੀ ਸਵਾਲ ਜਾਂਦੇ ਜਾਂਦੇ, ਜਿਸ ਤਰੀਕੇ ਨਾਲ BJP ਦਾ ਉਹਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਚੜ੍ਹ ਕੇ ਆ ਰਹੀਆਂ ਨੇ, ਪੰਜਾਬ 'ਤੇ ਵੀ ਉਹਨਾਂ ਦੀ ਅੱਖ ਹੈ, ਕਿ ਇਸ ਟਾਈਮ ਜੋ ਸਿੱਖ ਬੁੱਧੀਜੀਵੀ ਕੰਮ ਕਰ ਰਹੇ ਨੇ, ਸਿੱਖ ਜਥੇਬੰਦੀਆਂ, ਅੰਬੇਦਕਰਵਾਦੀ ਜਥੇਬੰਦੀਆਂ ਅਤੇ ਕਮਿਊਨਿਸਟ ਜਥੇਬੰਦੀਆਂ, ਕਿ ਉਹਨਾਂ ਦਾ ਕੋਈ ਏਕਤਾ ਹੋ ਸਕਦੀ ਹੈ ਇਸ ਹੱਲੇ ਦੇ ਖਿਲਾਫ? ਕੀ ਕੋਈ ਪਲੇਟਫਾਰਮ ਬਣ ਸਕਦਾ? ਪਲੇਟਫਾਰਮ ਲੋਕਾਂ ਨੂੰ ਬਣਾਉਣਾ ਚਾਹੀਦਾ, ਆਮ ਲੋਕਾਂ ਨੂੰ ਬਣਾਉਣਾ ਚਾਹੀਦਾ। ਜਿਹੜਾ BJP ਬੜੇ ਜ਼ੋਰ ਨਾਲ ਆ ਰਹੀ ਆ, ਉਹਦਾ ਬਹੁਜਨ ਸਮਾਜ ਪਾਰਟੀ ਸਵਾਗਤ ਕਰਦੀ ਹੈ। ਸਾਨੂੰ ਤਾਂ ਉਹ ਫਾਇਦਾ ਹੀ ਦੇਵੇਗੀ। ਅਸੀਂ ਤਾਂ ਇਸ ਕਰਕੇ ਪੰਜਾਬ 'ਚ ਪਿਛੜੇ ਰਹੇ ਕਿ BJP ਬੜੀ ਕਮਜ਼ੋਰ ਰਹੀ ਆ ਪੰਜਾਬ 'ਚ। ਅਸੀਂ ਚਾਹੁੰਦੇ ਹਾਂ BJP ਤਕੜੀ ਹੋ ਕੇ ਆਵੇ, ਔਰ ਉਹ ਬਹੁਜਨ ਸਮਾਜ ਪਾਰਟੀ ਨੂੰ ਫਾਇਦਾ ਹੀ ਦੇਵੇਗੀ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਜਸਵੀਰ ਸਿੰਘ ਜੀ ਗੜੀ ਜੀ। ਆਪਾਂ ਗੱਲਬਾਤ ਕੀਤੀ ਅੰਬੇਦਕਰ ਸਾਹਿਬ ਬਾਰੇ, ਉਹਨਾਂ ਦੇ ਮਿਸ਼ਨ ਬਾਰੇ, ਔਰ ਬਹੁਜਨ ਸਮਾਜ ਪਾਰਟੀ ਦੀ ਰਾਜਨੀਤੀ ਬਾਰੇ, ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ, ਭਾਰਤ ਦੇ ਦਲਿਤਾਂ ਦੇ। ਆਪਾਂ ਹੋਰ ਵੀ ਚਰਚਾਵਾਂ ਕਰਦੇ ਰਹਾਂਗੇ। ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਜੀ। ਦੇਖਦੇ ਰਹੋ ਦੁਨੀਆ।